ਆਖੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਅੱਖਰ ਪੜ੍ਹ ਪੜ੍ਹ ਭੁੱਲੀਐ ਭੇਖੀ ਬਹੁਤ ਅਭਿਮਾਨ। ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲ ਗੁਮਾਨ। ਗੁਰ ਬਿਨ ਕਿਨ ਸਮਝਾਈਐ ਮਨ ਰਾਜਾ ਸੁਲਤਾਨ। ਗੁਰ ਬਿਨ ਕਿਨ ਸਮਝਾਈਐ ਮਨ ਰਾਜਾ ਸੁਲਤਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਪਵਿੱਤਰ ਬਾਣੀ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ। ਇਹ ਪਵਿੱਤਰ ਸ਼ਬਦ ਪਹਿਲੇ ਪਾਤਸ਼ਾਹ ਸ਼ਾਹ ਸ਼ਹਿਨਸ਼ਾਹ ਦੋ ਜਹਾਨ ਕੇ ਵਾਲੀ ਹਲਤ ਪਲਤ ਕੇ ਰੱਖਿਅਕ ਆਪ ਨਾਰਾਇਣ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਅੰਗ ਸ਼੍ਰੀ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 61 ਉੱਪਰ ਸੁਭਾਏਮਾਨ, ਜਿਸ ਦੇ 4 ਪਦੇ ਕੱਲ ਆਪਾਂ ਸਰਵਣ ਕੀਤੇ। ਰਹਿੰਦੇ 4 ਪਦਿਆਂ ਦੀ ਵਿਚਾਰ ਨਾਲ ਜੁੜਨਾ ਕਰਦੇ ਹਾਂ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਸੀ ਕਿ ਮਨੁੱਖ ਗੁਰੂ ਦੇ ਬਚਨਾਂ ਨੂੰ ਸੁਣ ਤਾਂ ਲੈਂਦਾ ਜਾਂ ਗੁਰਬਾਣੀ ਰਾਹੀਂ ਪੜ੍ਹ ਲੈਂਦਾ, ਪਰ ਫਿਰ ਭੁੱਲ ਜਾਂਦਾ। ਅੱਖਰ ਪੜ੍ਹ ਪੜ੍ਹ ਭੁੱਲੀਐ ਭੇਖੀ ਬਹੁਤ ਅਭਿਮਾਨ। ਜੋ ਸੰਸਾਰ ਦੇ ਵਿੱਚ ਮਨੁੱਖ ਅਨੇਕਾਂ ਤਰ੍ਹਾਂ ਦੇ ਭੇਖ ਧਾਰਦਾ ਹੈ, ਇਹਨਾਂ ਦਾ ਵੀ ਮਨੁੱਖ ਨੂੰ ਹੰਕਾਰ ਹੋ ਜਾਂਦਾ ਕਿ ਮੇਰੇ ਵਰਗਾ ਧਰਮੀ ਕੋਈ ਨਹੀਂ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਪਰਮੇਸ਼ਰ ਦੀ ਭਗਤੀ ਤੋਂ ਬਗੈਰ ਤੇਰਾ ਮਨੁੱਖਾ ਜਨਮ ਸਫਲਾ ਨਹੀਂ ਹੋਣਾ। ਤਾਂ ਤੇ ਫਰਜ਼ ਬਣਦਾ ਹੈ ਕਿ ਜੋ ਬਾਣੀ ਦੇ ਉਚਾਰਨ ਕੀਤਾ ਹੈ ਵੇਦਾਂ ਗ੍ਰੰਥਾਂ ਦੇ ਵਿੱਚ ਜਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਰਾਹੀਂ ਸਾਨੂੰ ਇਹਨੂੰ ਵਿਚਾਰਨਾ ਚਾਹੀਦਾ, ਕਿਉਂਕਿ ਪਵਿੱਤਰ ਬਾਣੀ ਸਾਡਾ ਮਾਰਗ ਦਰਸ਼ਨ ਕਰਦੀ ਹੈ। ਅਗਿਆਨਤਾ ਕਰਕੇ ਬੰਦਾ ਭਟਕ ਰਿਹਾ ਹੈ। ਗੁਰ ਬਿਨ ਕੋ ਨਾ ਦਿਖਾਵਈ ਅੰਧੀ ਆਵੇ ਜਾਏ। ਸਾਡੀ ਸੁਰਤ ਜਿਹੜੀ ਹੈ, ਜਿਵੇਂ ਆਪਾਂ ਬੈਠੇ ਕਿਤੇ ਹੁੰਦੇ ਆ, ਸੁਰਤ ਕਿਤੇ ਫਿਰਦੀ ਹੁੰਦੀ ਆ, ਦਿੱਲੀ ਦੱਖਣ ਪਤਾ ਨਹੀਂ ਕਿੱਥੋਂ ਤੱਕ ਚਲੀ ਜਾਂਦੀ ਆ। ਇਹ ਅਗਿਆਨਤਾ ਕਰਕੇ ਹੈ। ਜਿੱਥੇ ਬੈਠੀ ਆ, ਜਿੱਥੇ ਸਰੀਰ ਬੈਠਾ ਉੱਥੇ ਨਹੀਂ ਖੜ੍ਹਦੀ, ਸਰੀਰ ਨੂੰ ਛੱਡ ਕੇ ਚਲੀ ਜਾਂਦੀ ਆ। ਤੇ ਇਸ ਨੂੰ ਕਿਵੇਂ ਗਾਈਡ ਕਰਨਾ, ਕਿਵੇਂ ਕੰਟਰੋਲ ਕਰਨਾ, ਇਹ ਜਿਹੜਾ ਹੈ ਗੁਰੂ ਹੀ ਦੱਸ ਸਕਦਾ। ਗੁਰੂ ਦੇ ਕੋਲੋਂ ਇਹ ਚੀਜ਼ ਦੀ ਪ੍ਰਾਪਤੀ ਹੁੰਦੀ ਆ। ਪਾਤਸ਼ਾਹ ਜੀ ਕਹਿੰਦੇ ਵਿਛੜਿਆ ਗੁਰ ਮੇਲ ਸੀ ਹਰ ਰਸ ਨਾਮ ਪਿਆਰ। ਜਦੋਂ ਅਸੀਂ ਗੁਰੂ ਦੇ ਕੋਲੇ ਜਾਂਦੇ ਹਾਂ ਤੇ ਗੁਰੂ ਸਾਨੂੰ ਉਸ ਮਾਲਕ ਦਾ ਮਾਰਗ ਦਰਸ਼ਨ ਕਰਦਾ ਹੈ, ਪਰਮੇਸ਼ਰ ਦੇ ਘਰ ਬਾਰੇ ਦੱਸਦਾ ਕਿ ਉਸ ਘਰ ਵਿੱਚ ਕਿਵੇਂ ਜਾਇਆ ਜਾ ਸਕਦਾ। ਉਸ ਪਰਮੇਸ਼ਰ ਦਾ ਨਾਮ, ਜੁਗਤੀ ਵਿਧੀ ਆਦਿ ਜਦੋਂ ਦੱਸਦੇ ਆ ਗੁਰੂ, ਔਰ ਇਹਨਾਂ ਜੁਗਤੀਆਂ ਵਿਧੀਆਂ ਨੂੰ ਸਤਿਗੁਰਾਂ ਨੇ ਬਾਣੀ ਵਿੱਚ ਬੜਾ ਹੀ ਰਿਪੀਟ ਕੀਤਾ।
ਅਨੇਕਾਂ ਤਰ੍ਹਾਂ ਦੇ ਸ਼ਬਦਾਂ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਸ੍ਰੀ ਰਾਗ ਮਹੱਲਾ ਪਹਿਲਾ। ਮਨ ਮੁਖ ਭੁੱਲੈ ਭੁਲਾਈਐ, ਭੋਲੀ ਠੌਰ ਨ ਕਾਏ। ਇਹ ਮਨੁੱਖ ਜਿਹੜਾ ਹੈ ਅਗਿਆਨਤਾ ਕਰਕੇ ਭਰਮਾਂ ਵਿੱਚ ਪਿਆ ਹੋਇਆ, ਉਸ ਮਾਲਕ ਨੂੰ ਭੁੱਲਿਆ ਹੋਇਆ ਭਟਕ ਰਿਹਾ ਹੈ। ਤੇ ਸਾਨੂੰ ਵਿਛੜਿਆ ਹੋਇਆਂ ਨੂੰ ਗੁਰੂ ਹੀ ਮਿਲਾ ਸਕਦਾ ਹੈ। ਵਿਛੜਿਆ ਗੁਰ ਮੇਲ ਸੀ, ਹਰ ਰਸ ਨਾਮ ਪਿਆਰ। ਜਦੋਂ ਮਨੁੱਖ ਗੁਰੂ ਦੇ ਕੋਲ ਜਾਂਦਾ ਹੈ ਤੇ ਮਾਲਕ ਦੇ ਨਾਮ ਨਾਲ ਜੋੜਦਾ ਹੈ, ਸਾਚ ਸਹਿਜ ਸ਼ੋਭਾ ਘਣੀ। ਜਦੋਂ ਮਨੁੱਖ ਪਰਮੇਸ਼ਰ ਦੇ ਨਾਮ ਨਾਲ ਜੁੜਦਾ ਹੈ ਤਾਂ ਸੱਚ ਨਾਲ ਜੁੜਦਾ ਹੈ, ਕਿਉਂਕਿ ਪਰਮੇਸ਼ਰ ਦਾ ਨਾਮ ਹੀ ਸਾਨੂੰ ਸੱਚ ਨਾਲ ਜੋੜ ਸਕਦਾ ਹੈ। ਜਦੋਂ ਅਸੀਂ ਪਰਮੇਸ਼ਰ ਦਾ ਨਾਮ ਜਪਦੇ ਹਾਂ ਤਾਂ ਇਹ ਨਾਮ ਸਾਨੂੰ ਉਸ ਸੱਚ ਨਾਲ, ਉਸ ਮਾਲਕ ਦੇ ਨਾਲ ਜੋੜਨ ਦੇ ਵਿੱਚ ਸਹਾਇਕਾ ਹੁੰਦਾ ਹੈ। ਔਰ ਨਾਮ ਜਪਣ ਵਾਲੇ ਜਿਹੜੇ ਹਨ ਉਹਨਾਂ ਦਾ ਆਧਾਰ ਆਸਰਾ ਜਦੋਂ ਹਰੀ ਦਾ ਨਾਮ ਬਣ ਜਾਂਦਾ ਫਿਰ ਉਹ ਭਾਣੇ ਵਿੱਚ ਆ ਜਾਂਦੇ ਆ, ਬੇਨਤੀ ਕਰਦੇ ਆ, ਜਿਉਂ ਭਾਵੈ ਤਿਉਂ ਰੱਖ ਤੂੰ, ਮੈਂ ਤੁਝ ਬਿਨ ਕਵਨ ਪਧਾਰ। ਮਹਾਰਾਜ ਤੇਰੇ ਤੋਂ ਬਗੈਰ ਮੇਰਾ ਕੋਈ ਮਾਲਕ ਨਹੀਂ। ਜਿਵੇਂ ਤੈਨੂੰ ਚੰਗਾ ਲੱਗਦਾ ਹੈ ਮੈਨੂੰ ਉਸੇ ਤਰ੍ਹਾਂ ਹੀ ਰੱਖ ਲੈ। ਜਿਵੇਂ ਕੱਲ੍ਹ ਆਪਾਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੀ ਸਾਖੀ ਸਰਵਣ ਕੀਤੀ ਸੀ। ਜਦੋਂ ਇਹ ਜੀਵ, ਇਹ ਮਨੁੱਖ, ਇਹ ਜੀਵ ਇਸਤਰੀ ਪਰਮੇਸ਼ਰ ਦੇ ਭਾਣੇ ਵਿੱਚ ਆ ਜਾਂਦੀ ਹੈ ਤਾਂ ਫਿਰ ਇਸ ਨੂੰ ਸੋਝੀ ਆਉਂਦੀ ਹੈ ਕਿ ਮਾਲਕ ਤੋਂ ਬਗੈਰ ਮੇਰਾ ਕੁਛ ਵੀ ਨਹੀਂ। ਪਰ ਜੇ ਮਾਲਕ ਦੀ ਗੱਲ ਸੁਣ ਕੇ ਅਣਸੁਣੀ ਕਰ ਦੇਵੇ, ਅੱਖਰ ਪੜ੍ਹ ਪੜ੍ਹ ਭੁੱਲੀ ਹੈ, ਭੇਖੀ ਬਹੁਤ ਅਭਿਮਾਨ, ਸ਼ਿੰਗਾਰ ਬਹੁਤ ਕਰ ਲਵੇ, ਪਰ ਗੱਲ ਨਾ ਮੰਨੇ, ਤਾਂ ਉਹ ਕਦੇ ਵੀ ਪ੍ਰਵਾਨ ਨਹੀਂ ਹੁੰਦੀ। ਉਹ ਜੀਵ ਇਸਤਰੀ, ਉਹ ਮਨੁੱਖ ਜਿਹੜਾ ਧਰਮ ਦੇ ਭੇਖ ਤਾਂ ਧਾਰਦਾ ਹੈ, ਧਾਰਮਿਕ ਚਿੰਨ੍ਹ ਤਾਂ ਪਹਿਨਦਾ ਹੈ, ਚਾਹੇ ਉਹ ਕਿਸੇ ਵੀ ਮੱਤ ਦੇ ਹੋਣ। ਚਾਹੇ ਉਹ ਹਿੰਦੂਆਂ ਦੇ, ਮੁਸਲਮਾਨਾਂ ਦੇ, ਸਿੱਖਾਂ ਦੇ, ਈਸਾਈਆਂ ਦੇ, ਕਿਸੇ ਵੀ ਮਤ ਦੇ ਧਾਰਮਿਕ ਚਿੰਨ੍ਹ ਹੋਣ, ਅਗਰ ਧਾਰਮਿਕ ਚਿੰਨ੍ਹਾਂ ਨੂੰ ਪਹਿਨ ਕੇ ਉਹਨਾਂ ਦੇ ਮੁਤਾਬਕ ਨਹੀਂ ਚੱਲਦਾ
ਫਿਰ ਪਾਤਸ਼ਾਹ ਜੀ ਕਹਿੰਦੇ ਕਿਵੇਂ ਭਲਾ ਹੋ ਸਕਦਾ ਹੈ, ਕਿਵੇਂ ਇਹ ਸੰਸਾਰ ਦੇ ਵਿੱਚੋਂ ਪਰਮੇਸ਼ਰ ਵਿੱਚ ਮਿਲ ਕੇ ਜਾ ਸਕਦਾ ਹੈ। ਤੀਰਥ ਨਾਤਾ ਕਿਆ ਕਰੇ ਮਨ ਮੈਂ ਮੈਲ ਗੁਮਾਨ, ਇਸ ਵਾਰੀ ਸਹੀ ਗਾਈਡੈਂਸ ਸਹੀ ਮਾਰਗਦਰਸ਼ਨ ਗੁਰੂ ਹੀ ਕਰਦਾ ਹੈ। ਗੁਰਬਿਨ ਕਿਨ ਸਮਝਾਈਐ ਮਨ ਰਾਜਾ ਸੁਲਤਾਨ, ਇਸ ਮਨ ਨੂੰ ਕੌਣ ਦੱਸੇ ਬਈ ਤੂੰ ਪਰਮੇਸ਼ਰ ਦਾ ਪੁੱਤਰ ਹੈ। ਅੱਜ ਤੱਕ ਜਿਤਨੇ ਵੀ ਧਰਮ ਦੇ ਪ੍ਰਚਾਰਕ ਆਏ ਜਾਂ ਜਿਨ੍ਹਾਂ ਨੇ ਆਪਣੇ ਆਪ ਨੂੰ ਪਰਮੇਸ਼ਰ ਦੇ ਭੇਜੇ ਹੋਏ ਧਰਮ ਕਰਨ ਲਈ ਦੱਸਿਆ, ਧਰਮ ਨੂੰ ਕਾਇਮ ਕਰਨ ਲਈ ਦੱਸਿਆ, ਉਹ ਆਪਣੇ ਆਪ ਨੂੰ ਤਾਂ ਪਰਮੇਸ਼ਰ ਦਾ ਪੁੱਤਰ ਕਹਿੰਦੇ ਸੀ। ਜਿਵੇਂ ਈਸਾ ਮਸੀਹ ਵੀ ਕਹਿੰਦਾ ਮੈਂ ਪਰਮੇਸ਼ਰ ਦਾ ਪੁੱਤਰ ਹਾਂ, ਪਰ ਉਹਨਾਂ ਨੇ ਜਨਤਾ ਨੂੰ ਨਹੀਂ ਦੱਸਿਆ ਵੀ ਤੁਸੀਂ ਵੀ ਪਰਮੇਸ਼ਰ ਦੇ ਪੁੱਤਰ ਹੋ। ਇਹ ਗੱਲ ਗੁਰੂਆਂ ਨੇ ਦੱਸੀ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੰਜਾਂ ਨੂੰ ਅਮਰ ਦੀ ਦਾਤ ਦੇ ਕੇ ਆਪਣਾ ਰੂਪ ਬਣਾ ਦਿੱਤਾ ਔਰ ਉਹਨਾਂ ਨੂੰ ਕਿਹਾ ਕਿ ਤੁਸੀਂ ਮੇਰਾ ਹੀ ਰੂਪ ਹੋ ਗਏ ਹੋ, ਮੇਰੇ ਵਾਲੀ ਹੀ ਸ਼ਕਤੀ ਤੁਹਾਡੇ ਕੋਲ ਵੀ ਹੈ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਜਦੋਂ ਇਹ ਮਨੁੱਖ ਗੁਰਮਤਿ ਅਨੁਸਾਰ ਚੱਲਦਾ ਹੈ ਤੇ ਹਰ ਕਾ ਸੇਵਕ ਸੋ ਹਰ ਜਿਹਾ ਹੋ ਜਾਂਦਾ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਪਰ ਜਦੋਂ ਇਹ ਪਖੰਡਬਾਜ਼ੀ ਕਰਦਾ ਫਿਰ ਪ੍ਰਵਾਨ ਨਹੀਂ ਹੁੰਦਾ। ਅਸੀਂ ਜ਼ਿੰਦਗੀ ਦੇ ਵਿੱਚ ਪਤਾ ਨਹੀਂ ਕਿਤਨੇ ਪਾਠ ਸੁਣ ਲਏ, ਕਿਤਨੇ ਕਰ ਲਏ, ਪਰ ਅਗਰ ਇਸ ਬਾਣੀ ਨੂੰ ਹਿਰਦੇ ਵਿੱਚ ਨਹੀਂ ਵਸਾਇਆ, ਇਹਦੇ ਮੁਤਾਬਕ ਚੱਲਣਾ ਸ਼ੁਰੂ ਨਹੀਂ ਕੀਤਾ। ਜੇ ਬਾਣੀ ਕਹਿੰਦੀ ਹੈ ਨਸ਼ੇ ਨਾ ਖਾਓ, ਪਰ ਅਸੀਂ ਨਸ਼ੇ ਛੱਡੇ ਨਹੀਂ, ਪੜ੍ਹਦੇ ਰੋਜ਼ ਆ। ਜੇ ਬਾਣੀ ਕਹਿੰਦੀ ਹੈ ਭਾਈ ਸੱਚ ਬੋਲੋ, ਤਾਂ ਅਸੀਂ ਝੂਠ ਛੱਡਿਆ ਨਹੀਂ, ਸੱਚ ਬੋਲਣਾ ਸ਼ੁਰੂ ਕੀਤਾ ਨਹੀਂ, ਪਰ ਸੁਣਦੇ ਪੜ੍ਹਦੇ ਰੋਜ਼ ਆ। ਇਸ ਕਰਕੇ ਪਾਤਸ਼ਾਹ ਕਹਿੰਦੇ ਅੱਖਰ ਪੜ੍ਹ ਪੜ੍ਹ ਭੁੱਲੀ ਹੈ। ਬਾਣੀ ਰੋਜ਼ ਪੜ੍ਹਦਾ, ਸੁਣਦਾ ਵੇਦਾਂ ਗ੍ਰੰਥਾਂ ਨੂੰ, ਪਰ ਗ੍ਰਹਿਣ ਨਹੀਂ ਕਰਦਾ। ਭੇਖ ਧਾਰਨ ਕਰ ਲੈਂਦਾ ਅਲੱਗ-ਅਲੱਗ ਧਰਮਾਂ ਦੇ, ਤੇ ਅੱਜ ਤਾਂ ਧਰਮਾਂ ਦੇ ਨਾਮਾਂ ਤੇ ਲੜਾਈਆਂ ਵੀ ਹੋਣ ਲੱਗੀਆਂ। ਭੇਖੀ ਬਹੁਤ ਅਭਿਮਾਨ ਔਰ ਆਪਣੇ ਭੇਖ ਦਾ ਬੜਾ ਹੰਕਾਰ ਕਰਦਾ ਹੈ ਕਿ ਮੇਰੇ ਵਰਗਾ ਤਾਂ ਕੋਈ ਹੈ ਹੀ ਨਹੀਂ, ਮੈਂ ਹੀ ਰੱਬ ਦੇ ਨੇੜੇ ਆ, ਬਾਕੀ ਤਾਂ ਐਵੇਂ ਫਿਰਦੇ ਆ। ਕੋ ਸਤਨਾਮ ਸੀ। ਇਸ ਗੱਲ ਦਾ ਜਦੋਂ ਇਹ ਹੰਕਾਰ ਕਰਦਾ ਤੇ ਫਿਰ ਤੀਰਥ ਨਹਾਤਾ ਕਿਆ ਕਰੇ। ਤੀਰਥਾਂ ਤੇ ਨਹਾ ਕੇ ਵੀ ਫਿਰ ਇਸ ਨੂੰ ਕਿਵੇਂ ਪ੍ਰਵਾਨਗੀ ਮਿਲ ਸਕਦੀ ਹੈ, ਕਿਵੇਂ ਪ੍ਰਵਾਨ ਹੋ ਸਕਦਾ ਹੈ। ਮਨ ਮਹਿ ਮੈਲ ਗੁਮਾਨ, ਜਦੋਂ ਮਨ ਦੇ ਵਿੱਚ ਹੰਕਾਰ ਦੀ ਮੈਲ ਲੱਗੀ ਹੋਵੇ, ਤੇ ਜਿਹੜੀ ਇਹ ਹੰਕਾਰ ਦੀ ਮੈਲ ਹੈ ਇਸ ਨੂੰ ਗੁਰੂ ਹੀ ਲਾਉਂਦਾ। ਸਤਿਗੁਰੂ ਅਨੇਕਾਂ ਕੌਤਕ ਕਰਕੇ ਆਪਣੇ ਸਿੱਖਾਂ ਨੂੰ ਇਹਨਾਂ ਪੰਜਾਂ ਵਿਕਾਰਾਂ ਤੋਂ ਬਚਾਉਂਦਾ। ਇਹਨਾਂ ਪੰਜਾਂ ਵਿਕਾਰਾਂ ਦੀ ਜਿਹੜੀ ਮੈਲ ਹੈ ਉਸ ਨੂੰ ਦੂਰ ਕਰਦਾ ਔਰ ਦੱਸਦਾ ਹੈ ਕਿ ਮਨਾ ਤੂੰ ਪਰਮੇਸ਼ਰ ਦੀ ਅੰਸ਼ ਹੈ, ਤੇਰੇ 'ਚ ਤੇ ਪਰਮੇਸ਼ਰ 'ਚ ਕੋਈ ਫਰਕ ਨਹੀਂ, ਬਸ ਇਹੋ ਹੀ ਫਰਕ ਹੈ ਕਿ ਤੂੰ ਭਰਮਾਂ 'ਚ ਪੈ ਗਿਆ। ਜਿਵੇਂ ਕੋਈ ਬੱਚਾ ਰਾਜਕੁਮਾਰ ਹੋਵੇ, ਰਾਜੇ ਦਾ ਪੁੱਤਰ ਹੋਵੇ, ਪਰ ਉਹ ਬਚਪਨ ਵਿੱਚ ਹੀ ਵਿਛੜ ਜਾਵੇ, ਸ਼ੁਰੂ ਤੋਂ ਹੀ ਵਿਛੜ ਜਾਵੇ, ਜਨਮ ਲੈਂਦੇ ਹੀ ਵਿਛੜ ਜਾਵੇ, ਫਿਰ ਉਹਨੂੰ ਕੌਣ ਦੱਸੇ ਕਿ ਤੂੰ ਤਾਂ ਰਾਜਕੁਮਾਰ ਹੈ, ਤੇਰੇ ਤਾਂ ਬਾਪ ਦੀ ਸੰਪਤੀ ਬੜੀ ਹੈ, ਤੂੰ ਤਾਂ ਮਾਲਕ ਹੈ ਸ੍ਰਿਸ਼ਟੀ ਦਾ। ਹੁਣ ਜਾਂ ਤਾਂ ਉਹਨੂੰ ਉਹਦੀ ਮਾਂ ਦੱਸੇ, ਜੇ ਕਿਤੇ ਮਾਂ ਨੂੰ ਟੱਕਰ ਜਾਵੇ। ਇਸੇ ਤਰ੍ਹਾਂ ਹੀ ਅਸੀਂ ਬਚਪਨ ਤੋਂ ਜਨਮ ਲੈਂਦਿਆਂ ਹੀ ਵਿਛੜ ਗਏ। ਜਦ ਮਨੁੱਖ ਬਣੇ ਨਾ, ਅਸੀਂ ਮਾਨਸ ਜਾਮਾ ਲੈ ਕੇ ਦੁਨੀਆ 'ਚ ਆਏ, ਤਾਂ ਉੱਥੋਂ ਹੀ ਕਾਲ ਦੇ ਚੱਕਰਾਂ ਵਿੱਚ, ਉੱਥੋਂ ਹੀ ਕਾਲ ਨੇ ਸਾਨੂੰ ਆਪਣੇ ਪੰਜਾਂ ਵਿਕਾਰਾਂ ਰਾਹੀਂ ਵਿਛੋੜ ਦਿੱਤਾ। ਜਾਂ ਤਿਸ ਭਾਣਾ ਤਾਂ ਜੰਮਿਆ
ਪਰਿਵਾਰ ਭਲਾ ਭਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਜਾਂ ਪਰਮੇਸ਼ਰ ਦਾ ਹੁਕਮ ਹੋਇਆ ਤੇ ਇਹਦਾ ਜਨਮ ਹੋਇਆ। ਜਨਮ ਲੈਂਦਿਆਂ ਹੀ ਇਸ ਦਾ ਮਾਂ ਦੇ ਨਾਲ ਜਾਣ ਪਛਾਣ ਹੋਈ, ਦੁੱਧ ਨਾਲ ਜਾਣ ਪਛਾਣ ਹੋਈ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ। ਇਸ ਤਰ੍ਹਾਂ ਚਲਦੇ ਚਲਦੇ ਮਨੁੱਖ ਜਨਮ ਲੈਂਦਿਆਂ ਹੀ ਕਾਲ ਨੇ ਆਪਣੇ ਹੱਥੇ ਚੜਾ ਲਿਆ ਔਰ ਇਹਨੂੰ ਭੁੱਲ ਹੀ ਗਿਆ ਕਿ ਮੈਂ ਪਰਮੇਸ਼ਰ ਦੀ ਅੰਸ਼ ਹਾਂ, ਔਰ ਦਰ ਦਰ ਦਾ ਮੰਗਤਾ ਬਣ ਗਿਆ। ਤੇ ਫਿਰ ਜਦੋਂ ਕਿਤੇ ਗੁਰੂ ਦੇ ਸੰਪਰਕ ਵਿੱਚ ਆਉਂਦਾ ਹੈ, ਜਦੋਂ ਕਿਤੇ ਗੁਰੂ ਨਾਨਕ ਦੇ ਗੁਰਬਾਣੀ ਦੇ ਸੰਪਰਕ ਵਿੱਚ ਆਉਂਦਾ ਹੈ, ਜੇ ਕਿਤੇ ਬੈਠ ਕੇ ਸੁਣੇ ਤੇ ਇਹਨੂੰ ਪਤਾ ਲੱਗੇ ਵੀ ਇਹ ਤਾਂ ਮੇਰੀ ਗੱਲ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਰੋਜ਼ ਆਨੰਦ ਸਾਹਿਬ ਚੋਂ ਪੜ੍ਹਦੇ ਆ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਨ। ਤੂੰ ਹਰੀ ਨੂੰ ਬਾਹਰੋਂ ਲੱਭਦਾ ਫਿਰਦਾ, ਹਰੀ ਤੇਰੇ ਵਿੱਚ ਹੈ, ਤੇਰੇ ਨਾਲ ਹੈ। ਗੁਰੂ ਦੀ ਮੱਤ ਲੈ ਕੇ ਆਪਣੇ ਆਪ ਨੂੰ ਪਛਾਨਣਾ ਕਰੀਏ। ਗੁਰ ਬਿਨ ਕਿਨ ਸਮਝਾਈਏ, ਗੁਰੂ ਤੋਂ ਬਗੈਰ ਕੌਣ ਦੱਸੇ। ਮਨ ਰਾਜਾ ਸੁਲਤਾਨ, ਤੂੰ ਤਾਂ ਸ੍ਰਿਸ਼ਟੀ ਦਾ ਮਾਲਕ ਹੈ। ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਮਰ ਜੋਨ ਤੇਰੀ ਪਨਿਹਾਰੀ। ਅਬ ਤੂੰ ਸੀਜ ਭਾਵੇਂ ਨਹੀਂ ਸੀਜੈ, ਕਾਰ ਸਬਰੇ ਮਨ ਪ੍ਰਭ ਧਿਆਈ ਜੈ। ਮਨ ਜਾਂ ਨਾ ਮਨ, ਤੂੰ ਪਰਮੇਸ਼ਰ ਦੀ ਅੰਸ਼ ਹੈ। ਭਾਵ ਇੱਕ ਨਹੀਂ, ਇਹ ਸਾਰੇ ਜੀਵ ਹੀ ਉਹਦੀ ਅੰਸ਼ ਹਨ। ਜਿਸ ਤਰ੍ਹਾਂ ਸੋਨੇ ਦੇ ਕਈ ਟੋਟੇ ਹੋ ਜਾਣ, ਇੱਕ ਤੋਲੇ ਵਿੱਚ 96 ਰੱਤੀਆਂ ਹੁੰਦੀਆਂ, ਉਹ ਤੋਲੇ ਦੇ 100 ਟੋਟੇ ਕਰਦੇ ਹੋ ਤੇ ਹਰੇਕ ਟੋਟਾ ਹੀ ਸੋਨਾ ਹੈ। ਕਹੋ ਸਤਿਨਾਮ ਸ੍ਰੀ। ਉਹ ਸੋਨੇ ਦੇ ਬੇਅੰਤ ਗਹਿਣੇ ਬਣਾ ਦਿਓ, ਗਹਿਣੇ ਸਾਰੇ ਹੀ ਹੁਣ ਗਹਿਣਿਆਂ ਦੇ ਵਿੱਚ ਸੋਨਾ ਅਲੋਪ ਹੋ ਗਿਆ। ਹੁਣ ਅਸੀਂ ਗਹਿਣਿਆਂ ਦੇ ਨਾਮ ਲੈਣ ਲੱਗ ਜਾਂਦੇ ਆ, ਇਹ ਛਾਪ ਹੈ, ਇਹ ਮੁੰਦਰੀ ਆ, ਇਹ ਕੜਾ, ਇਹ ਰਿੰਗ ਹੈ, ਬਾਲੀਆਂ। ਪਰ ਜੇ ਉਹਨਾਂ ਨੂੰ ਢਾਹ ਦਈਏ ਤੇ ਬਾਕੀ ਕੀ ਬਚਦਾ? ਸੋਨਾ। ਉਹਨਾਂ ਦੇ ਡਿਜ਼ਾਈਨ ਜਦ ਖਤਮ ਹੋ ਜਾਂਦੇ ਨੇ ਤਾਂ ਫਿਰ ਲੋਕ ਉਹਨੂੰ ਸੋਨਾ ਕਹਿੰਦੇ, ਸੋਨੇ ਡਲੀ ਹੈ। ਤਾਂ ਭਾਈ ਇਸੇ ਤਰ੍ਹਾਂ ਹੀ ਮਨੁੱਖ ਜਿਹੜਾ ਹੈ ਇਹ ਆਪਣੇ ਅਨੇਕਾਂ ਨਾਵਾਂ ਦੇ ਵਿੱਚ ਫਸ ਗਿਆ। ਮੈਂ ਮਨੁੱਖ ਹਾਂ, ਮੈਂ ਔਰਤ ਹਾਂ, ਮੈਂ ਅਫਸਰ ਹਾਂ, ਮੈਂ DC ਹਾਂ, ਮੈਂ SP ਹਾਂ, ਪਤਾ ਨਹੀਂ ਕਿੰਨੇ ਕਿੰਨੇ ਨਾਮ ਇਸ ਦੇ ਟਿਕ ਗਏ। ਔਰ ਇਹਨੂੰ ਇਹ ਭੁੱਲ ਗਿਆ ਕਿ ਮੈਂ ਪਰਮੇਸ਼ਰ ਦੀ ਅੰਸ਼ ਹਾਂ ਸਭ ਤੋਂ ਪਹਿਲਾਂ। ਕਹੋ ਸਤਿਨਾਮ ਸ੍ਰੀ। ਇਹ ਤਾਂ ਨਾਂ ਤਾਂ ਮਗਰੋਂ ਰੱਖੇ ਗਏ ਸਾਡੇ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਨ। ਜੇ ਇਹ ਗੱਲ ਨਹੀਂ ਸਮਝੀ ਤੇ ਫਿਰ ਤੀਰਥ ਨਾਤਾ ਕਿਆ ਕਰੇ, ਤੇ ਫਿਰ ਧਾਰਮਿਕ ਚਿੰਨ੍ਹ ਪਹਿਨਣ ਦਾ ਵੀ ਕੋਈ ਫਾਇਦਾ ਨਹੀਂ, ਤੀਰਥਾਂ ਤੇ ਨਹਾਉਣ ਦਾ ਵੀ ਕੋਈ ਫਾਇਦਾ ਨਹੀਂ। ਮਨ ਮਹਿ ਮੈਲ ਗੁਮਾਨ, ਜੇ ਮਨ ਦੇ ਵਿੱਚ ਹੰਕਾਰ ਹੀ ਨਹੀਂ ਛੱਡਿਆ। ਗੁਰ ਬਿਨ ਕਿਨ ਸਮਝਾਈਐ, ਮਨ ਰਾਜਾ ਸੁਲਤਾਨ। ਆਓ ਗੁਰੂ ਨੂੰ ਪੁੱਛੀਏ ਤੇ ਗੁਰੂ ਕੀ ਕਹਿੰਦਾ ਫਿਰ? ਪ੍ਰੇਮ ਪਦਾਰਥ ਪਾਈਐ, ਗੁਰਮੁਖ ਤਤ ਵਿਚਾਰ। ਆ ਉਸ ਪ੍ਰੇਮ ਭਗਤੀ ਨੂੰ ਪ੍ਰਾਪਤ ਕਰੀਏ। ਪਦਾਰਥ, ਜਿਸ ਤਰ੍ਹਾਂ ਮਨੁੱਖਾ ਜੀਵਨ ਇੱਕ ਪਦਾਰਥ ਹੈ, 4 ਪਦਾਰਥ ਲੈ ਜਾਗੇ ਆਇਆ। ਇਹ ਮਨੁੱਖ ਜਿਹੜਾ ਹੈ 4 ਪਦਾਰਥ ਲੈ ਕੇ ਦੁਨੀਆ ਵਿੱਚ ਆਇਆ। ਸ਼ਿਵ ਸ਼ਕਤੀ ਕਰ ਵਾਸਾ ਪਾਇਆ। ਮਾਤ ਲੋਕ ਦੇ ਵਿੱਚ, ਸ੍ਰਿਸ਼ਟੀ ਦੇ ਵਿੱਚ ਪਰਮੇਸ਼ਰ ਦੀ ਬਣਾਈ ਮਾਇਆ। ਸ਼ਿਵ ਪਰਮੇਸ਼ਰ, ਸ਼ਕਤੀ ਇਹ ਕੁਦਰਤ, ਉਹਦੀ ਮਾਇਆ। ਉਸ ਪਰਮੇਸ਼ਰ ਦੀ ਬਣਾਈ ਹੋਈ ਸ੍ਰਿਸ਼ਟੀ ਦੇ ਵਿੱਚ ਜਨਮ ਹੋ ਗਿਆ। शिव शक्ति कर वासा पाया, एक विसारे तां पिड़ हारे। अंधले नाम विसारा है, पर मूर्ख ने तां सब तो श्रोमणी वस्तु परमेश्वर दा नाम ही विसार दिता। इस मूर्ख ने तां उस परमेश्वर दे नाम नूं ही छड़ दिता। सतगुरु पातशाह जी कहंदे आ
ਪ੍ਰੇਮ ਪਦਾਰਥ ਪਾਈਏ, ਗੁਰੂ ਨਾਲ ਪ੍ਰੇਮ ਕਰੀਏ। ਗੁਰੂ ਤੇਰਾ ਪ੍ਰੇਮ ਪਰਮੇਸ਼ਰ ਨਾਲ ਜੋੜਦਾ ਹੈ। ਔਰ ਇਹ ਪ੍ਰੇਮ ਤੈਨੂੰ ਦੁਬਾਰਾ ਕਿਵੇਂ ਪ੍ਰਾਪਤ ਹੋ ਸਕਦਾ ਹੈ? ਗੁਰਮੁਖ ਤਤ ਵਿਚਾਰ, ਜਦੋਂ ਤਤ ਦੀ ਵਿਚਾਰ ਹੋਗੀ, ਜਦੋਂ ਅਸਲੀਅਤ ਦਾ ਪਤਾ ਲੱਗੇ। ਕਿਸੇ ਵੀ ਚੀਜ਼ ਨਾਲ ਸਾਡਾ ਉਦੋਂ ਹੀ ਮੋਹ ਪੈਂਦਾ ਜਦੋਂ ਉਹਦੀ ਜਾਣਕਾਰੀ ਹੋ ਜੇ। ਜਿੰਨਾ ਚਿਰ ਉਹਦੀ ਜਾਣਕਾਰੀ ਨਹੀਂ, ਸਾਡਾ ਕੋਈ ਮੋਹ ਨਹੀਂ। ਬੱਚਾ ਵੀ ਜਿੰਨਾ ਚਿਰ ਸਾਡੀਆਂ ਅੱਖਾਂ ਦੇ ਸਾਹਮਣੇ ਨਹੀਂ ਆਇਆ ਜਨਮ ਲੈ ਕੇ, ਉਹਨਾਂ ਚਿਰ ਕੋਈ ਮੋਹ ਨਹੀਂ। ਜਦੋਂ ਜਨਮ ਹੋ ਗਿਆ ਫਿਰ ਉਹਦੇ ਨਾਲ ਮੋਹ ਪਿਆ ਸਾਡਾ। ਇਸੇ ਤਰ੍ਹਾਂ ਹੀ ਪਾਤਸ਼ਾਹ ਜੀ ਕਹਿੰਦੇ, ਜਦੋਂ ਤੈਨੂੰ ਤੱਤ ਦਾ ਪਤਾ ਲੱਗਿਆ ਕਿ ਤੂੰ ਕੌਣ ਹੈ, ਫਿਰ ਤੇਰਾ ਉਹਦੇ ਨਾਲ ਪ੍ਰੇਮ ਪਊਗਾ, ਪਿਆਰ ਪਊਗਾ। ਸਾ ਤਨਿਆ ਭਗਵਾਇਆ ਗੁਰ ਕੈ ਸ਼ਬਦ ਸਿੰਗਾਰ। ਉਹ ਜੀਵ ਇਸਤਰੀ ਨੇ, ਉਸ ਜੀਵ ਆਤਮਾ ਨੇ ਫਿਰ ਆਪਣਾ ਆਪਾ ਗਵਾ ਲਿਆ, ਆਪਣਾ ਆਪਾ ਸਮਰਪਣ ਕਰ ਦਿੱਤਾ ਆਪਣੇ ਮਾਲਕ ਤੋਂ। ਜਦ ਮਾਲਕ ਦੀ ਜਾਣਕਾਰੀ ਹੋਈ, ਮਾਲਕ ਦੇ ਬਾਰੇ ਪਤਾ ਲੱਗਿਆ ਕਿ ਉਹ ਤਾਂ ਬੜਾ ਮਹਾਨ ਹੈ, ਸਾਡਾ ਮਾਲਕ, ਸਾਡਾ ਪਤੀ, ਸਾਡਾ ਪਿਤਾ, ਸਾਡਾ ਪਰਮੇਸ਼ਰ, ਉਹ ਤਾਂ ਬੜਾ ਮਹਾਨ ਹੈ। ਜਦ ਇਸ ਗੱਲ ਦਾ ਪਤਾ ਲੱਗਿਆ, ਫਿਰ ਇਸ ਜੀਵ ਇਸਤਰੀ ਨੇ, ਜੀਵ ਆਤਮਾ ਨੇ, ਸਾਡੀ ਸੁਰਤ ਨੇ ਸ਼ਬਦ ਦਾ ਸ਼ਿੰਗਾਰ ਕੀਤਾ। ਸ਼ਿੰਗਾਰ ਕਰਕੇ ਗੁਰੂ ਦੇ ਬਖਸ਼ੇ ਸ਼ਬਦ ਦਾ ਫਿਰ ਆਪਣੇ ਆਪ ਨੂੰ ਖਤਮ ਕਰ ਲਿਆ। ਮਤਲਬ ਮੈਂ ਮੇਰੀ ਖਤਮ ਕਰ ਲਈ, ਆਪਣਾ ਹੰਕਾਰ ਛੱਡ ਦਿੱਤਾ। ਸਾ ਧਨ ਉਸ ਇਸਤਰੀ ਨੇ, ਉਸ ਜੀਵ ਆਤਮਾ ਨੇ, ਉਸ ਸੁਰਤ ਨੇ ਸ਼ਬਦ ਨਾਲ ਜੁੜ ਕੇ ਆਪ ਗਵਾਇਆ, ਆਪਣੇ ਹੰਕਾਰ ਨੂੰ ਖਤਮ ਕਰ ਲਿਆ। ਗੁਰ ਕੈ ਸ਼ਬਦ ਸਿਗਾਰ, ਗੁਰੂ ਦੇ ਸ਼ਬਦ ਨੂੰ ਹਮੇਸ਼ਾ ਜਪਨਾ ਕੀਤਾ, ਸੁਰਤੀ ਦੇ ਵਿੱਚ ਵਸਾ ਲਿਆ। ਕੋਈ ਬੱਚੀ ਵੀ ਸ਼ਿੰਗਾਰ ਕਰਦੀ ਆਪਣੇ ਮਾਲਕ ਨੂੰ ਖੁਸ਼ ਕਰਨ ਲਈ। ਸੁਰਤ ਨੇ, ਆਤਮਾ ਨੇ ਸ਼ਿੰਗਾਰ ਕਰਨਾ ਸ਼ਬਦ ਦਾ। ਸ਼ਬਦ ਹੀ ਸਾਡੀ ਆਤਮਾ ਦਾ ਮਾਲਕ ਹੈ ਅਸਲ ਵਿੱਚ। ਪ੍ਰੀਤਮ ਦਾ ਬਚਨ ਹੈ, ਕਾਇਆ ਕਾਮਨ ਸਦਾ ਸੁਹੇਲੀ, ਪਿਰ ਵਸੈ ਜਿਸ ਨਾਲੇ। ਸਾਡੀ ਕਾਇਆ ਦੇਹੀ ਤੇ ਕਾਮਨ ਇਸਤਰੀ, ਇਹ ਦੋਨੇ ਜਣੀਆਂ ਕਿਵੇਂ ਸੁਖੀ ਵਸ ਸਕਦੀਆਂ? ਜਦੋਂ ਇਹ ਆਪਣੇ ਮਾਲਕ ਨਾਲ ਜੁੜਦੀਆਂ। ਕਾਇਆ ਪਤੀ ਨਾਲ, ਕਾਇਆ ਪਤੀ ਪਰਮੇਸ਼ਰ ਸ਼ਬਦ ਦੇ ਨਾਲ, ਕਿਉਂਕਿ ਸ਼ਬਦ ਵੀ ਪਰਮੇਸ਼ਰ ਦਾ ਦੂਸਰਾ ਰੂਪ ਹੈ। ਬਾਹੋ ਬਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨ ਕੋਏ। ਅਖੀਰ ਜੀਵ ਆਤਮਾ ਸ਼ਬਦ ਨਾਲ ਜੁੜਦੀ ਜੁੜਦੀ ਜਦੋਂ ਸਰੀਰ ਨੂੰ ਛੱਡਦੀ ਹੈ ਤੇ ਸ਼ਬਦ ਵਿੱਚ ਮਿਕਸ ਹੋ ਜਾਂਦੀ ਹੈ, ਸ਼ਬਦ ਵਿੱਚ ਮਿਲ ਜਾਂਦੀ ਹੈ। ਦੁਬਾਰਾ ਜੰਮਣਾ ਮਰਨਾ ਨਹੀਂ ਹੁੰਦਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਜਦੋਂ ਇਸ ਨੂੰ ਸੋਝੀ ਆਈ, ਇਹਨੇ ਆਪਣਾ ਆਪਾ ਗਵਾ ਦਿੱਤਾ। ਮੈਂ ਮੇਰੀ ਗਵਾ ਦਿੱਤੀ, ਜਿਸ ਮੈਂ ਦੇ ਕਾਰਨ ਹੀ ਇਹ ਵਾਰ-ਵਾਰ ਜੰਮਦਾ ਤੇ ਮਰਦਾ ਹੈ। ਉਹ ਸ਼ੰਕਾ ਹੀ ਖਤਮ ਹੋ ਗਿਆ। ਸ਼ੰਕਿਆਂ ਤੋਂ, ਸੰਸਿਆਂ ਤੋਂ ਹੀ ਸੰਸਾਰ ਪੈਦਾ ਹੁੰਦਾ। ਇਹ ਸੰਸਾਰ ਹੈ, ਸੁੱਤਿਆਂ ਰਹਿਣ ਬਿਹਾਏ। ਇਹ ਸੰਸਾਰ ਅਨੇਕਾਂ ਤਰ੍ਹਾਂ ਦੇ ਸੰਸਿਆਂ ਚੋਂ ਹੀ ਬਣਦਾ ਹੈ। ਕਿੰਨੇ ਸੰਸੇ, ਮੇਰਾ ਘਰ, ਮੇਰੀ ਪਤੀ, ਮੇਰਾ ਪਤਨੀ, ਮੇਰਾ ਬੱਚਾ, ਮੇਰੀ ਮਾਇਆ, ਇਹ ਸਭ ਕੁਝ ਸੰਸੇ ਹਨ। ਇਹਨਾਂ ਸੰਸਿਆਂ ਤੋਂ ਹੀ ਦੁਆਰਾ ਫਿਰ ਸੰਸਾਰ ਬਣ ਜਾਂਦਾ। ਅੰਤ ਕਾਲ ਜੇ ਲੜਕੇ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ, ਸੋਕਰ ਜੋਨ ਬਲ ਬਲ ਔਤਰੇ। ਫਿਰ ਦੁਬਾਰਾ ਸੂਰ ਦੀ ਜੂਨੀ ਵਿੱਚ ਜਾਂਦਾ, ਟੇਢੀਆਂ ਜੂਨਾਂ ਵਿੱਚ ਜਾਂਦਾ, ਸੱਪਾਂ ਠੋਇਆਂ ਦੀਆਂ, ਕਿਰਲੀਆਂ ਦੀਆਂ ਜੂਨਾਂ ਵਿੱਚ ਜਾਂਦਾ। ਇਸ ਆਪ ਹੀ ਸੰਸਾਰ ਜਿਹਨੂੰ ਪੈਦਾ ਕਰ ਲੈਂਦਾ, ਆਪਣੀ ਸੋਚ ਦੇ ਨਾਲ ਹੀ ਸੰਸਾਰ ਨੂੰ ਬਣਾ ਲੈਂਦਾ। ਇਹ ਸੰਸਾਰ ਹੈ, ਸੁੱਤਿਆਂ ਰਹਿਣ ਬਿਹਾਏ। ਜਦੋਂ ਇਹ ਪਰਮੇਸ਼ਰ ਵੱਲੋਂ ਸੁੱਤਾ ਹੋਇਆ ਹੈ ਤੇ ਮਾਇਆ ਦੇ ਵੱਲ ਸੁਚੇਤ ਹੈ। ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਅਵਸਰ ਆਪਣਾ ਬੁੱਝੈ ਨਾ ਇਹ ਆਣਾ, ਆਪਣਾ ਸਮਾਂ ਨਹੀਂ ਸੰਭਾਲਦਾ। ਨਿਆਣਿਆਂ ਵਾਲੀਆਂ ਗੱਲਾਂ ਕਰ ਰਿਹਾ।
ਮਾੜੇ ਕੰਮਾਂ ਲਈ ਨੀਂਦ ਨਹੀਂ ਆਉਂਦੀ, ਚੰਗੇ ਕੰਮਾਂ ਨੂੰ ਕਰਨ ਵੇਲੇ ਨੀਂਦ ਆ ਜਾਂਦੀ ਆ। ਮੇਰੇ ਪ੍ਰੀਤਮ ਜੀ ਕਹਿੰਦੇ, ਸਾਤਨ ਆਪ ਗਵਾਇਆ, ਗੁਰ ਕੈ ਸ਼ਬਦ ਸਿੰਗਾਰ, ਘਰ ਹੀ ਸੋ ਪਿਰ ਪਾਇਆ, ਗੁਰ ਕੈ ਹੇਤ ਅਪਾਰ। ਜਿਨ੍ਹਾਂ ਨੇ ਗੁਰੂ ਪਿਆਰਿਓ ਗੁਰੂ ਦੇ ਬਖਸ਼ੇ ਸ਼ਬਦ ਨਾਲ ਜੁੜਨਾ ਕੀਤਾ, ਔਰ ਜੁੜਦਿਆਂ ਉਹ ਸ਼ਬਦ ਇਹਨਾਂ ਨੂੰ ਮਾਲਕ ਦੇ ਕੋਲ ਲੈ ਗਿਆ। ਜਿਵੇਂ ਹਮਾਊ ਪੰਛੀ ਦੇ ਖੰਭ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਤੀਰਾਂ ਦੇ ਨਾਲ ਜੋੜ ਕੇ ਆਕਾਸ਼ਾਂ ਨੂੰ ਛੱਡੇ, ਕਹਿੰਦੇ ਉਹ ਤੀਰ ਮੁੜ ਕੇ ਥੱਲੇ ਨਹੀਂ ਆਏ, ਕਿਉਂਕਿ ਹਮਾਊ ਪੰਛੀ ਦੇ ਖੰਭ ਹੈ ਜਿਹੜੇ ਉਹ ਆਕਾਸ਼ਾਂ ਵਿੱਚ ਰਹਿੰਦੇ ਆ। ਹਮਾਊ ਪੰਛੀ ਆਕਾਸ਼ਾਂ ਵਿੱਚ ਹੀ ਰਹਿੰਦਾ, ਇਸ ਕਰਕੇ ਜਿੱਥੋਂ ਦਾ ਉਹ ਵਾਸੀ ਹੈ ਉਹਦੇ ਖੰਭਾਂ 'ਚ ਵੀ ਇੰਨੀ ਤਾਕਤ ਹੈ ਕਿ ਤੀਰਾਂ ਨੂੰ ਉੱਥੇ ਲੈ ਗਿਆ। ਇਸ ਕਰਕੇ ਇਸ ਮਨੁੱਖ ਨੇ ਜਦੋਂ ਬਾਣੀ ਨਾਲ ਜੁੜਨਾ ਕੀਤਾ, ਸਤਿਗੁਰ ਦੇ ਬਖਸ਼ੇ ਨਾਮ ਨਾਲ ਜੁੜਨਾ ਕੀਤਾ, ਤੇ ਨਾਮ ਦੇ ਵਿੱਚ ਵੀ ਉਹ ਤਾਕਤ ਹੈ ਕਿ ਜੀਵ ਆਤਮਾ ਨੂੰ ਆਪਣੇ ਦੇਸ਼ ਲੈ ਗਿਆ ਜਿੱਥੋਂ ਇਹ ਜੀਵ ਆਇਆ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਵਿੱਤਰ ਬਾਣੀ ਵਿੱਚ ਲਿਖਿਆ, ਖੰਭ ਵਿਕਾਂਦੜੇ ਜੇ ਲਹਾ, ਘਿੰਨਾ ਸਾਵੀ ਤੋਲ। ਜੇ ਮੈਨੂੰ ਕਿਤੋਂ ਖੰਭ ਵਿਕਦੇ ਹੋਏ ਮਿਲ ਜਾਣ ਤੇ ਮੈਂ ਸਰੀਰ ਨਾਲ ਜੋੜ ਲਵਾਂ। ਖੰਭ ਵਿਕਾਂਦੜੇ ਜੇ ਲਹਾ, ਘਿੰਨਾ ਸਾਈ ਤੋਲ। ਤਨ ਜੜਾਈ ਆਪਣੇ ਲਾਹਾਂ ਸੁਸੱਜਣ ਟੋਲ। ਤਾਂ ਉਹ ਖੰਭ ਸੇਵਾ ਤੇ ਸਿਮਰਨ ਹੈ, ਉਹ ਖੰਭ ਬਾਣੀ ਹੈ। ਜੇ ਇਸ ਨੂੰ ਸਰੀਰ ਨਾਲ ਲਾ ਲਈਏ ਤੇ ਜ਼ਰੂਰ ਪਰਮੇਸ਼ਰ ਜਿਹੜਾ ਹੈ ਉਹ ਲੱਭ ਜਾਣਾ। ਪ੍ਰੀਤਮ ਜੀ ਕਹਿੰਦੇ, ਘਰ ਹੀ ਸੋ ਪਿਰ ਪਾਇਆ, ਗੁਰ ਕੈ ਹੇਤ ਅਪਾਰ। ਜਦੋਂ ਗੁਰੂ ਨਾਲ ਪਿਆਰ ਕਰੇਗਾ, ਪ੍ਰੇਮ ਕਰੇਗਾ, ਹੌਲੀ ਹੌਲੀ ਇਸ ਨੂੰ ਆਪਣੇ ਅੰਦਰੋਂ ਹੀ ਪਰਮੇਸ਼ਰ ਦੀ ਪ੍ਰਾਪਤੀ ਵੀ ਹੋ ਜਾਣੀ ਹੈ, ਕਿਉਂਕਿ ਖੁਦ ਹੀ ਪਰਮੇਸ਼ਰ ਹੈ ਇਹਨੇ ਖੁਦ ਹੀ ਪਰਮੇਸ਼ਰ ਬਣ ਜਾਣਾ। ਜਿਵੇਂ ਭਗਤਾਂ ਦਾ ਬਚਨ ਹੈ, ਕਬੀਰ ਤੂੰ ਕਰਤੇ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ। ਜਬ ਆਪਾ ਪਰ ਕਾ ਮਿਟ ਗਿਆ, ਜਦ ਦੇਖੋ ਤਾ ਤੂੰ। ਮਹਾਰਾਜ ਤੂੰ ਕਰਦੇ, ਮੈਂ ਵੀ ਤੂੰ ਹੀ ਹੋ ਗਿਆ। ਹੁਣ ਮੇਰੇ ਵਿੱਚ ਮੈਂ ਨਹੀਂ ਰਹੀ, ਆਪਣਾ ਬਗਾਨਾ ਖਤਮ ਹੋ ਗਿਆ, ਹਰ ਥਾਂ ਤੇ ਮੈਨੂੰ ਤੂੰ ਦਿਖਾਈ ਦਿੰਦਾ। ਇਸ ਤਰ੍ਹਾਂ ਇਹ ਸਿਮਰਨ ਦੀ ਖੇਡ ਹੈ ਗੁਰੂ ਪਿਆਰਿਓ। ਜਦੋਂ ਮਨੁੱਖ ਜਪਦਾ ਹੈ ਤੇ ਫਿਰ ਇਹਦਾ ਆਪਣਾ ਆਪਾ ਗਵਾ ਜਾਂਦਾ ਹੈ। ਇਸ ਤਰ੍ਹਾਂ ਇੱਕ ਹੋਰ ਬਚਨ ਹੈ, ਸੁਣ ਸਖੀ ਹਿਓ ਮੈਂ ਪੀਓ ਬਸੈ। ਪੀਓ ਬਸੈ ਕੇ ਹਿਓ, ਹਿਓ ਪੀਓ ਬੂਝੋ ਨਹੀਂ, ਘਟ ਮੈਂ ਜੀਓ ਕੇ ਪੀਓ। ਜੋ ਸਾਡਾ ਹਿਰਦਾ ਮਾਲਕ ਵਿੱਚ ਵਸਦਾ ਹੈ ਤੇ ਮਾਲਕ ਸਾਡੇ ਹਿਰਦੇ ਵਿੱਚ ਵਸਦਾ ਹੈ, ਤੇ ਫਿਰ ਇਹ ਨਹੀਂ ਪਤਾ ਲੱਗਦਾ ਹੁਣ ਇਹ ਮਾਲਕ ਬੋਲਦਾ ਕਿ ਆਤਮਾ ਬੋਲਦੀ ਹੈ। ਦੋਨੇ ਇੱਕਮਿਕ ਹੋ ਜਾਂਦੇ। ਪ੍ਰੀਤਮ ਜੀ ਕਹਿੰਦੇ, ਸਾ ਧਨ ਆਪ ਗਵਾਇਆ। ਜਦੋਂ ਆਪਣੇ ਆਪ ਨੂੰ ਗਵਾਵੇਗਾ ਫਿਰ ਪਰਮੇਸ਼ਰ ਦਾ ਰੂਪ ਹੁੰਦਾ। ਗੁਰ ਕੈ ਸ਼ਬਦ ਸਿੰਗਾਰ। ਜਦੋਂ ਇਹ ਜੀਵ ਆਤਮਾ ਗੁਰੂ ਦੇ ਸ਼ਬਦ ਦਾ ਸਿੰਗਾਰ ਕਰਦੀ ਹੈ, ਕਾਇਆ ਕਾਮਣ ਸਦਾ ਸੁਹੇਲੀ, ਫਿਰ ਵਸੈ ਜਿਸ ਨਾਲ। ਜਿਹੜੀ ਕਾਮਣ ਇਸਤਰੀ ਹੈ ਉਹਦਾ ਪਤੀ ਮਨੁੱਖ ਹੈ। ਜੇ ਆਪਣੇ ਮਾਲਕ ਨਾਲ ਵਸਦੀ ਹੈ ਤਾਂ ਸੁਖੀ ਹੈ, ਤੇ ਕਾਇਆ ਜਿਹੜੀ ਹੈ ਦੇਹੀ, ਇਹਦਾ ਮਾਲਕ ਸ਼ਬਦ ਹੈ। ਜੇ ਸ਼ਬਦ ਨਾਲ ਜੁੜਦੀ ਹੈ ਤਾਂ ਸੁਖੀ ਹੈ। ਸਾਡਾ ਸਰੀਰ ਜੇ ਗੁਰਬਾਣੀ ਨਾਲ ਜੁੜੇ ਤਾਂ ਸੁਖੀ ਹੈ, ਉਸੇ ਤਰ੍ਹਾਂ ਹੀ ਜਿਵੇਂ ਕੋਈ ਇਸਤਰੀ ਆਪਣੇ ਮਾਲਕ ਨਾਲ ਸੁਖੀ ਹੈ। ਮੇਰੇ ਪ੍ਰੀਤਮ ਜੀ ਕਹਿੰਦੇ, ਜਦੋਂ ਇਹ ਜੀਵ ਸੁਰਤ ਨੂੰ, ਜੀਵ ਆਤਮਾ ਨੂੰ ਗੁਰੂ ਦਾ ਸ਼ਬਦ ਮਿਲਿਆ, ਇਹਨੇ ਸ਼ਬਦ ਦਾ ਪੱਲਾ ਫੜ ਕੇ ਮਾਲਕ ਦੇ ਘਰ ਵੱਲ ਚੱਲਣਾ ਕੀਤਾ। ਸੁਰਤ ਜਾਂਦੀ ਹੈ,
ਜਦੋਂ ਅਸੀਂ ਜਪਦੇ ਹਾਂ ਪਿਆਰ ਨਾਲ ਬੈਠ ਕੇ, ਵਾਹਿਗੁਰੂ 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 ਵਾਹਿਗੁਰੂ। ਜਦੋਂ ਅਸੀਂ ਜਪਦੇ ਹਾਂ ਇਸ ਤਰ੍ਹਾਂ ਪਿਆਰ ਨਾਲ ਬੈਠ ਕੇ, ਇੱਕ ਦਿਨ ਜਪਦੀ ਜਪਦੀ ਵਾਹਿਗੁਰੂ, ਜਪਦੀ ਜਪਦੀ ਵਾਹਿਗੁਰੂ ਹੋ ਜਾਂਦੀ ਆ। ਹਰ ਕਾ ਸੇਵਕ ਸੋ ਹਰ ਜਿਹਾ, ਪ੍ਰੀਤਮ ਜੀ ਕਹਿੰਦੇ ਫਿਰ ਕੀ ਹੁੰਦਾ, ਇਹ ਖੁਦ ਖਤਮ ਹੋ ਜਾਂਦੀ ਆ। ਪ੍ਰੀਤਮ ਦਾ ਬਚਨ ਹੈ ਕਿਸੇ ਮਹਾਪੁਰਸ਼ ਦਾ, ਕਿਸੇ ਫਕੀਰ ਦਾ, ਮਿਟਾ ਦੇ अपनी हस्ती को अगर कुछ मर्तबा चाहे, जैसे कि खाक में मिलकर गुले गुलजार होता है। गुले भाव बीज फुੱਲ ਦੇ ਵਿੱਚੋਂ ਨਿਕਲੇ, ਉਹ ਬੀਜ ਮਿੱਟੀ ਵਿੱਚ ਮਿਲ ਕੇ ਖਤਮ ਹੋ ਗਿਆ, ਪਰ ਉਸ ਤੋਂ ਇੱਕ ਪੌਦਾ ਪੈਦਾ ਹੋਇਆ ਤੇ ਉਸ ਪੌਦੇ ਦੇ ਉੱਪਰ ਉਹਦੇ ਨਾਲ ਦੇ ਬੇਅੰਤ ਫੁੱਲ ਤੇ ਬੇਅੰਤ ਹੀ ਫਲ ਲੱਗ ਗਏ। ਅਨੇਕਾਂ ਬੀਜ ਪੈਦਾ ਹੋ ਗਏ, ਆਪਦੇ ਵਰਗੇ ਅਨੇਕਾਂ ਹੀ ਪੈਦਾ ਕਰ ਗਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਐਸਾ ਹੀ ਕਾਰਜ ਕੀਤਾ। ਉਹਨਾਂ ਨੇ ਵੀ ਆਪਣੇ ਵਿੱਚੋਂ ਖਾਲਸੇ ਪੰਥ ਨੂੰ ਸੱਜ ਕੇ ਅਨੇਕਾਂ ਹੀ ਸਿੰਘਾਂ ਨੂੰ ਆਪਣੀ ਪਾਵਰ ਦਿੱਤੀ, ਆਪਣੀ ਸ਼ਕਤੀ ਦਿੱਤੀ। ਪੰਜਾਂ ਪਿਆਰਿਆਂ ਨੂੰ ਆਪਣਾ ਸਰੂਪ ਕਿਹਾ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਇਹ ਗੁਰੂ ਸਾਹਿਬ ਨੇ ਕਿਰਪਾ ਕੀਤੀ। ਸਿੱਖ ਨੂੰ ਵੀ ਕਹਿੰਦੇ ਆ, ਮਿਟਾ ਦੇ ਤੂੰ ਵੀ ਆਪਣੇ ਹੰਕਾਰ ਨੂੰ, ਅਗਰ ਕੁਝ ਮਰਤਬਾ ਪਾਉਣਾ ਚਾਹੁੰਦਾ। ਘਰ ਹੀ ਸੋ ਪਿਰ ਪਾਇਆ ਗੁਰ ਕਾ ਹੇਤ ਅਪਾਰ। ਜਦੋਂ ਗੁਰੂ ਨਾਲ ਪਿਆਰ ਪੈ ਗਿਆ ਤਾਂ ਘਰੇ ਹੀ ਪਰਮੇਸ਼ਰ ਮਿਲ ਗਿਆ। ਗੁਰ ਕੀ ਸੇਵਾ ਚਾਕਰੀ ਮਨ ਨਿਰਮਲ ਸੁਖ ਹੋਏ। ਫਿਰ ਗੁਰੂ ਦੀ ਸੇਵਾ ਬੜੇ ਚਾਅ ਨਾਲ ਕਰਨ ਲੱਗੇ। ਚਾਕਰੀ ਚਾਅ ਨਾਲ ਗੁਰੂ ਦੀ ਸੇਵਾ ਕਰਦਾ ਤੇ ਜਿਵੇਂ ਜਿਵੇਂ ਸੇਵਾ ਕਰਦਾ, ਜਿਵੇਂ ਬਰਤਨ ਮਾਂਜਦਾ ਤੇ ਆਪਣੇ ਮਨ ਨੂੰ ਮਾਂਜਦਾ, ਜੋੜੇ ਸਾਫ਼ ਕਰਦਾ ਤੇ ਆਪਣੇ ਮਨ ਨੂੰ ਝਾੜਦਾ, ਸਾਫ਼ ਕਰਦਾ। ਇਸ ਤਰ੍ਹਾਂ ਜਿਵੇਂ ਜਿਵੇਂ ਫਿਰ ਇਹ ਸੇਵਾ ਕਰਦਾ ਬੜੇ ਪਿਆਰ ਦੇ ਨਾਲ। ਨੌਕਰੀ, ਇਹਨਾਂ ਨੌ ਦੁਆਰਿਆਂ ਦਾ ਖਰਚਾ, ਚਾਕਰੀ ਚਾਅ ਦੇ ਨਾਲ ਕੀਤਾ ਹੋਇਆ ਕੰਮ, ਸੇਵਾ। ਨੌਕਰੀ ਅਸੀਂ ਤਾਂ ਕਰਦੇ ਆ ਕਿ ਪੇਟ ਪਾਲਣਾ ਹੈ। ਇਹ ਸਰੀਰ ਜਿਹੜਾ ਹੈ ਖੁਰਾਕ ਮੰਗਦਾ ਹੈ, ਖੁਰਾਕ ਵਾਸਤੇ ਨੌਕਰੀ ਚਾਹੀਦੀ ਹੈ। ਪਰ ਚਾਕਰੀ ਦਾ ਮਤਲਬ ਸੇਵਾ ਹੈ। ਇੱਥੇ ਸਰੀਰ ਨਾਲ ਕੋਈ ਸੰਬੰਧ ਨਹੀਂ, ਇੱਥੇ ਆਤਮਾ ਨਾਲ ਸੰਬੰਧ ਹੈ ਕਿ ਆਤਮਾ ਨੇ ਗੁਰੂ ਦੀ ਖੁਸ਼ੀ ਲੈਣੀ ਹੈ। ਇਸ ਵਿਸ਼ੇ ਤੇ ਫਿਰ ਸਰੀਰ ਦੀ ਸੰਭਾਲ ਦੀ ਗੱਲ ਨਹੀਂ। ਜਿਵੇਂ ਅਨੇਕਾਂ ਹੀ ਸ਼ਹੀਦਾਂ ਨੇ, ਸਿੰਘਾਂ ਨੇ ਗੁਰੂ ਦੀਆਂ ਖੁਸ਼ੀਆਂ ਲੈਣ ਵਾਸਤੇ ਜੰਗਾਂ ਦੇ ਮੈਦਾਨ ਵਿੱਚ ਲੜਨਾ ਕੀਤਾ ਔਰ ਸ਼ਹੀਦੀਆਂ ਪਾਈਆਂ। ਉੱਥੇ ਸਰੀਰ ਦੇ ਬਚਾਉਣ ਦੀ ਤਾਂ ਗੱਲ ਹੀ ਕੋਈ ਨਹੀਂ ਰਹੀ। ਹਾਂ, ਉੱਥੇ ਆਤਮਕ ਆਨੰਦ ਦੀ ਗੱਲ ਹੈ। ਫਿਰ ਉਸ ਨੂੰ ਪ੍ਰਾਪਤ ਕਰਨ ਵਾਸਤੇ ਸਿੱਖ ਆਪਣਾ ਸਭ ਕੁਝ ਗੁਰੂ ਤੋਂ ਵਾਰ ਦਿੰਦਾ। ਇਹਨੂੰ ਕਹਿੰਦੇ ਆ ਚਾਕਰੀ। ਗੁਰ ਕੀ ਸੇਵਾ ਚਾਕਰੀ ਮਨ ਨਿਰਮਲ ਸੁਖ ਹੋਏ। ਜਦੋਂ ਚਾਅ ਦੇ ਨਾਲ ਸੇਵਾ ਕਰਦਾ ਹੈ, ਗੁਰੂ ਘਰ ਦੇ ਵਿੱਚ ਬੇਅੰਤ ਤਰ੍ਹਾਂ ਦੀ ਸੇਵਾ ਜੇ ਕਰਨੀ ਹੋਵੇ ਤਾਂ, ਪਰ ਜਦੋਂ ਬੜੇ ਪਿਆਰ ਦੇ ਨਾਲ ਇਹ ਸੇਵਾ ਕਰਦਾ ਹੈ, ਇਹਦਾ ਮਨ ਜਿਹੜਾ ਹੈ ਇਹ ਫੁਰਨਿਆਂ ਤੋਂ ਰਹਿਤ ਹੋ ਜਾਂਦਾ, ਸਾਫ਼ ਹੋ ਜਾਂਦਾ, ਕਿਉਂਕਿ ਭਗਤੀ ਵਿੱਚ ਫੁਰਨੇ ਵਿਘਨ ਪਾਉਂਦੇ ਤੇ ਗੁਰੂ ਇਹਨਾਂ ਫੁਰਨਿਆਂ ਨੂੰ ਖਤਮ ਕਰ ਦਿੰਦਾ। ਮਨ ਨਿਰਮਲ ਸੁਖ ਹੋਏ, ਜੀਵ ਨੂੰ ਸੁਖ ਪ੍ਰਾਪਤ ਹੋਣ ਲੱਗ ਜਾਂਦਾ ਹੈ। ਗੁਰ ਕਾ ਸ਼ਬਦ ਮਨ ਵਸਿਆ, ਹਉ ਮੈਂ ਵਿੱਚੋਂ ਖੋਏ।
ਤੇ ਜਿਹੜੀਆਂ ਮੈਲਾਂ ਸੀ ਇਹਦੇ ਅੰਦਰ ਲੱਗੀਆਂ ਵਿਕਾਰਾਂ ਦੀਆਂ, ਹੰਕਾਰ, ਕਾਮ, ਕ੍ਰੋਧ ਆਦਿ ਦੀਆਂ, ਉਹ ਮੈਲਾਂ ਦੂਰ ਹੋਣ ਲੱਗੀਆਂ। ਹੁਣ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸ਼ਾਹੋ। ਉਹ ਮੈਲ ਦੂਰ ਹੋ ਗਈ ਜੋ ਕਾਲਾ ਸ਼ਾਹ ਹੋਇਆ ਪਿਆ ਸੀਗਾ, ਜੋ ਪੰਜਾਂ ਵਿਕਾਰਾਂ ਦੀ ਮੈਲ ਲੱਗੀ ਸੀ, ਈਰਖਾ, ਦੂਈ, ਦਵੈਤ ਦੀ ਮੈਲ ਲੱਗੀ ਸੀ, ਉਹ ਹੌਲੀ ਹੌਲੀ ਲਹਿ ਗਈ ਤੇ ਇਹ ਸਾਫ਼ ਹੋਣ ਲੱਗਿਆ। ਸਤਿਗੁਰ ਨੇ ਇਹਦੀ ਦੁਰਮਤ ਮਨਮਤ ਸਾੜ ਹੀ ਦਿੱਤੀ ਫੜ ਕੇ, ਤੇ ਗੁਰਮਤ ਨਵੀਂ ਮਤ ਦੇ ਦਿੱਤੀ ਜਿਹੜੀ ਨਿਰਮਲ ਹੈ। ਨਵੀਂ ਮਤ ਨੂੰ ਲੈਂਦਿਆਂ, ਗੁਰਮਤ ਨੂੰ ਲੈਂਦਿਆਂ ਹੀ ਮਨ ਨਿਰਮਲ ਹੋ ਗਿਆ। ਪਾਤਸ਼ਾਹ ਜੀ ਕਹਿੰਦੇ ਨਿਰਮਲ ਹੋ ਗਿਆ ਤੇ ਸੁੱਖ ਮਿਲ ਗਿਆ। ਸਰੀਰ ਤੇ ਮੈਲ ਚੜੀ ਹੋਵੇ ਤੇ ਖੁਰਕ ਹੁੰਦੀ ਹੈ ਤੇ ਦੁੱਖ ਲੱਗਦਾ, ਤੇ ਜਦੋਂ ਸਫਾਈ ਹੋ ਗਈ, ਇਸ਼ਨਾਨ ਹੋ ਗਿਆ ਤੇ ਦੁੱਖ ਖਤਮ ਹੋ ਗਿਆ। ਇਸੇ ਤਰ੍ਹਾਂ ਹੀ ਇਹ ਅੰਦਰ ਦੀ ਗੱਲ ਹੈ। ਜਿਵੇਂ ਜਿਵੇਂ ਅਸੀਂ ਸੇਵਾ ਕਰਦੇ ਹਾਂ ਚਾਅ ਦੇ ਨਾਲ, ਤਿਵੇਂ ਤਿਵੇਂ ਸਾਡੇ ਅੰਦਰੋਂ ਮੈਲਾਂ ਲੱਥ ਜਾਂਦੀਆਂ, ਮਨ ਸਾਫ਼ ਹੋ ਜਾਂਦਾ, ਸੁੱਖ ਮਿਲਦਾ ਹੈ। ਗੁਰ ਕਾ ਸ਼ਬਦ ਮਨ ਵਸਿਆ, ਹਉ ਮੈਂ ਵਿੱਚੋਂ ਖੋਏ। ਤੇ ਜਿਵੇਂ ਜਿਵੇਂ ਸ਼ਬਦ ਵਸਦਾ ਜਾਂਦਾ ਹੈ, ਹੰਕਾਰ ਨਿਕਲਦਾ ਜਾਂਦਾ ਹੈ। ਜਿਵੇਂ ਜਿਵੇਂ ਹੰਕਾਰ ਨਿਕਲਦਾ ਜਾਂਦਾ ਹੈ, ਸ਼ਬਦ ਵਸਦਾ ਜਾਂਦਾ ਹੈ। ਜਿਵੇਂ ਕੋਈ ਗੰਦੀ ਬਾਲਟੀ ਹੈ ਗੰਦੇ ਪਾਣੀ ਵਾਲੀ, ਜੇ ਆਪਾਂ ਤੋਂ ਉਲਟਾਈ ਨਾ ਜਾਵੇ ਤੇ ਟੂਟੀ ਦੇ ਹੇਠਾਂ ਰੱਖ ਦਿਓ, ਉੱਤੋਂ ਸਾਫ਼ ਪਾਣੀ ਛੱਡ ਦਿਓ, ਤੇ ਇੱਕ ਦਿਨ ਕੀ ਹੋਵੇਗਾ, ਗੰਦਾ ਪਾਣੀ ਨਿਕਲ ਜਾਵੇਗਾ, ਸਾਫ਼ ਦੀ ਭਰ ਜਾਵੇਗੀ। ਇਸੇ ਤਰ੍ਹਾਂ ਇਹ ਮਨ ਜਦੋਂ ਗੁਰੂ ਦੀ ਸੰਗਤ ਰੂਪੀ ਵਾਛੜ ਹੇਠਾਂ ਆ ਕੇ ਬਹਿੰਦਾ, ਸੰਗਤ ਰੂਪੀ ਸਤਸੰਗ ਰੂਪੀ ਮੀਂਹ ਦੇ ਵਿੱਚ ਇਸ਼ਨਾਨ ਕਰਦਾ ਇਹ, ਤਾਂ ਫਿਰ ਇਹਦੀ ਮੱਤ ਦੀ ਸਫਾਈ ਹੁੰਦੀ ਆ, ਤੇ ਹੌਲੀ ਹੌਲੀ ਇਹਦੇ ਅੰਦਰੋਂ ਮੈਲਾਂ ਨਿਕਲਦੀਆਂ ਜਾਂਦੀਆਂ, ਤੇ ਇਹ ਸਫਾਈ ਨਾਲ ਭਰਦਾ ਤੁਰਿਆ ਜਾਂਦਾ ਹੈ। ਝੂਠ ਨਿਕਲ ਜਾਂਦਾ ਹੈ, ਸੱਚ ਭਰ ਜਾਂਦਾ। ਪ੍ਰੀਤਮ ਜੀ ਕਹਿੰਦੇ ਗੁਰ ਕਾ ਸ਼ਬਦ ਮਨ ਵਸਿਆ, ਹਉ ਮੈਂ ਵਿੱਚੋਂ ਖੋਏ। ਹੌਲੀ ਹੌਲੀ ਇਹਦੇ ਅੰਦਰ ਗੁਰੂ ਦੇ ਸ਼ਬਦ ਦਾ ਵਾਸਾ ਹੋ ਗਿਆ। ਤੇ ਜਿਹੜਾ ਪਹਿਲਾਂ ਕਹਿੰਦਾ ਸੀ ਮੈਂ ਐਂ ਕਰਤਾ, ਮੈਂ ਉਹ ਕਰਤਾ, ਆਹ ਤਾਂ ਮੇਰੇ ਬਿਨਾਂ ਹੋ ਹੀ ਨਹੀਂ ਸਕਦਾ ਸੀ, ਹੁਣ ਕੀ ਕਹਿੰਦਾ ਹੈ, ਗੁਰੂ ਦੀ ਕਿਰਪਾ ਨਾਲ ਹੋਇਆ। ਕਹੋ ਸਤਿਨਾਮ। ਉਹ ਮੈਂ ਖਤਮ ਹੋ ਗਈ ਨਾ। ਜਿਹੜੀ ਪਹਿਲਾਂ ਮੈਂ ਕਰਦਾ ਸੀਗਾ, ਹੁਣ ਉੱਥੇ ਸ਼ਬਦ ਕੀ ਆ ਗਿਆ, ਗੁਰੂ ਦੀ ਕਿਰਪਾ ਨਾਲ। 10ਵੇਂ ਪਾਤਸ਼ਾਹ ਜੀ ਵੀ ਐਸਾ ਇੱਕ ਵਚਨ ਉਚਾਰਦੇ ਹੈ, ਜਦੋਂ ਭੰਗਾਣੀ ਦਾ ਜੰਗ ਜਿੱਤ ਕੇ ਘਰ ਆਏ ਤੇ ਕੀ ਕਹਿੰਦੇ ਆ, ਭਈ ਜੀਤ ਮੇਰੀ ਕਿਰਪਾ ਅਕਾਲ ਕੇਰੀ। ਅਕਾਲ ਪੁਰਖ ਦੀ ਕਿਰਪਾ ਨਾਲ ਅੱਜ ਮੇਰੀ ਪਹਿਲੇ ਜੰਗ ਚੋਂ ਜਿੱਤ ਹੋ ਗਈ ਆ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਹੁਣ ਕੀ ਹੋਇਆ, ਸਿੱਖ ਦੇ ਅੰਦਰੋਂ ਹੰਕਾਰ ਖਤਮ ਹੋ ਗਿਆ, ਸ਼ਬਦ ਦਾ ਵਾਸਾ ਹੋ ਗਿਆ। ਨਾਮ ਪਦਾਰਥ ਪਾਇਆ, ਲਾਭ ਸਦਾ ਮਨ ਹੋਏ। ਔਰ ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਨਾਮ ਦੇ ਪਦਾਰਥ ਨੂੰ ਰੱਖ ਲਿਆ, ਉਹਨਾਂ ਨੂੰ ਫਾਇਦਾ ਹੀ ਫਾਇਦਾ। ਇਸ ਚੀਜ਼ ਦਾ ਨੁਕਸਾਨ ਤਾਂ ਹੈ ਹੀ ਨਹੀਂ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੁਲਤਾਨਪੁਰ ਮੋਦੀ ਖਾਨੇ ਤੇ ਸੇਵਾ ਕਰਦੇ ਆ, ਮੋਦੀ ਖਾਨਾ ਚਲਾਉਂਦੇ ਆ, ਔਰ ਬੜੇ ਖੁੱਲੇ ਦਿਲ ਨਾਲ ਸਮਾਨ ਵਰਤਾਉਂਦੇ ਆ। ਫਰੀ ਵਾਲਿਆਂ ਨੂੰ ਫਰੀ ਵੀ ਦੇ ਦਿੰਦੇ ਆ, ਪੈਸੇ ਵਾਲਿਆਂ ਨੂੰ ਪੈਸਿਆਂ ਨਾਲ ਦੇ ਦਿੰਦੇ ਆ। ਹੁਣ ਬੜੇ ਮੰਗਤੇ ਤੇ ਸਾਧੂ ਵੀ ਆਉਣ ਲੱਗੇ, ਉਹਨਾਂ ਨੂੰ ਵੀ ਖੁੱਲਾ ਰਾਸ਼ਨ ਪਾਣੀ ਦੇਣ ਲੱਗੇ। ਤੇ ਜਿਹੜੇ ਚੁਗਲਖੋਰ ਸੀ, ਛੋਟੇ ਦਿਲ ਵਾਲੇ, ਜਿਨ੍ਹਾਂ ਦਾ ਕੋਈ ਤਲਕ ਵੀ ਨਹੀਂ ਇਸ ਦੇ ਨਾਲ, ਕੋਈ ਹਿਸਾਬ ਕਿਤਾਬ ਨਹੀਂ ਦੇਣਾ, ਚੁਗਲਖੋਰ ਲੋਕ, ਉਹ ਚੁਗਲੀਆਂ ਕਰਨ ਲੱਗੇ ਜਾ ਕੇ ਭਾਈਆ ਜੈ ਰਾਮ ਜੀ ਕੋਲ। ਤੇ ਜੈ ਰਾਮ ਨੂੰ ਕਹਿੰਦੇ ਆ, ਉਹ ਤੇਰਾ ਰਿਸ਼ਤੇਦਾਰ ਲੁਟਾਈ ਜਾਂਦਾ ਹੈਗਾ ਮੋਦੀ ਖਾਨੇ ਨੂੰ, ਤੇ ਕੱਲ ਨੂੰ ਘਾਟਾ ਪੈ ਗਿਆ ਨਾ, ਤੇ ਹਿਸਾਬ ਕਿਤਾਬ ਤੈਨੂੰ ਦੇਣਾ ਪੈਣਾ, ਉਹਨੂੰ ਸਮਝਾ। ਇੱਕ ਦਿਨ ਚੁਗਲਖੋਰ ਆਏ ਘਰੇ, ਆਵਾਜ਼ ਮਾਰ ਲਈ, ਜੈ ਰਾਮ ਬਾਹਰ ਆਈ ਭਾਈ। ਹਾਂ ਦੱਸੋ, ਆ ਤੂੰ ਆਪਣੇ ਰਿਸ਼ਤੇਦਾਰ ਨੂੰ ਲਾਇਆ ਮੋਦੀ ਖਾਨੇ ਤੇ ਉਹ ਆਏ ਲਟਾਈ ਜਾਂਦਾ ਜਿਵੇਂ ਉਹਦਾ ਆਪਦਾ ਹੁੰਦਾ। ਕੱਲ ਨੂੰ ਘਾਟਾ ਪੈ ਗਿਆ, ਰਾਜੇ ਨੇ ਤੈਨੂੰ ਫੜਨਾ। ਭਾਈਆ ਜੈ ਰਾਮ ਜੀ ਘਰੇ ਆ ਗਏ ਤੇ ਨਿਰਾਸ਼ ਜੇ ਹੋ ਕੇ ਬਹਿ ਗਏ। ਮਾਤਾ ਨਾਨਕੀ ਕਹਿੰਦੀ ਕੀ ਗੱਲ ਆ, ਉਹ ਕੀ ਕਹਿ ਗਏ ਲੋਕ ਸੋਨੂੰ? ਕਹਿੰਦਾ ਚੱਲ ਛੱਡ ਜਾ। ਨਹੀਂ ਦੱਸ ਕੀ ਗੱਲ ਆ? ਕਹਿੰਦਾ ਉਹ ਲੋਕ ਆਏ ਕਹਿੰਦੇ ਸੀ ਵੀ ਤੇਰਾ ਰਿਸ਼ਤੇਦਾਰ ਜਿਹੜਾ ਨਾਨਕ ਮੋਦੀ ਹੈ ਨਾ, ਉਹ ਮੋਦੀ ਖਾਨਾ ਲੁਟਾਈ ਜਾਂਦਾ ਹੈ, ਤੇ ਜੇ ਕੱਲ ਨੂੰ ਘਾਟਾ ਪੈ ਗਿਆ ਤੈਨੂੰ ਭਰਨਾ ਪੈਣਾ।
ਤੇ ਬੇਬੇ ਨਾਨਕੀ ਕਹਿੰਦੀ ਫਿਰ ਕੀ ਹੋ ਗਿਆ, ਜੇ ਤੁਹਾਨੂੰ ਜ਼ਿਆਦਾ ਹੀ ਸ਼ੰਕ ਹੈ ਨਾ ਉਹਨਾਂ ਨੂੰ ਬੁਲਾ ਕੇ ਹਿਸਾਬ ਕਰਵਾ ਦਿਓ। ਵੈਸੇ ਮੇਰਾ ਵੀਰ ਪਰਮੇਸ਼ਰ ਰੂਪ ਹੈ, ਘਾਟਾ ਪੈ ਹੀ ਨਹੀਂ ਸਕਦਾ। ਤਾਂ ਉਸੇ ਵੇਲੇ ਹੀ ਬੇਬੇ ਨਾਨਕੀ ਨੇ ਆਪਣੀ ਇੱਕ ਨੌਕਰਾਣੀ ਉਹ ਦੁਕਾਨ ਤੇ ਭੇਜਤੀ ਮੋਦੀ ਖਾਨੇ ਤੇ, ਕਹਿੰਦੇ ਜਾ ਨਾਨਕ ਨੂੰ ਬੁਲਾ ਕੇ ਲਿਆ। ਉਹ ਨੌਕਰਾਣੀ ਦੁਕਾਨ ਤੇ ਮੋਦੀ ਖਾਨੇ ਤੇ ਗਈ ਤੇ ਜਾ ਕੇ ਕਹਿਣ ਲੱਗੀ, ਵੀਰ ਤੁਹਾਨੂੰ ਭੈਣ ਨੇ ਯਾਦ ਕੀਤਾ। ਬਾਬਾ ਨਾਨਕ ਜੀ ਕਹਿੰਦੇ ਮੈਨੂੰ ਪਤਾ ਹੀ ਸੀਗਾ, ਭਾਈ ਬਾਲਿਆ ਇੱਥੋਂ 2 ਸਾਰ ਮਠਿਆਈ ਲੈ ਲਾ, ਚੱਲਦੇ ਆ ਭੈਣ ਕੋਲ, ਨਾਲੇ ਬਈਆਂ ਚੱਕ ਲਾ। ਜਾ ਪਹੁੰਚੇ ਬੇਬੇ ਨਾਨਕੀ ਕੋਲ, ਨਮਸਕਾਰ ਕੀਤੀ, ਵੱਡੀ ਭੈਣ ਹੈ। ਹਾਂ ਭੈਣੇ ਕਿਵੇਂ ਯਾਦ ਕੀਤਾ? ਬਸ ਵੈਸੇ ਵੀਰਾ ਦਰਸ਼ਨ ਕਰਨੇ ਸੀ। ਕਹਿੰਦੇ ਨਾ ਨਾ ਉਹ ਗੱਲ ਦੱਸ ਜਿਹਦੇ ਪਿੱਛੇ ਸੱਦਿਆ। ਨਹੀਂ ਐਸੀ ਕੋਈ ਗੱਲ ਨਹੀਂ, ਨਾ ਸੰਗ ਨਾ ਤੂੰ ਸਾਨੂੰ ਐ ਦੱਸ ਵੀ ਸਾਨੂੰ ਚਾਨਚੱਕ ਕਿਵੇਂ ਬੁਲਾਇਆ। ਹੁਣ ਬੇਬੇ ਨਾਨਕੀ ਸ਼ਰਮ ਦੀ ਮਾਰੀ ਦੱਸੇ ਨਾ ਵਿਚਾਰੀ। ਤਾਂ ਖੁਦ ਗੁਰੂ ਨਾਨਕ ਦੇਵ ਜੀ ਕਹਿੰਦੇ ਚੰਗਾ ਭਾਈ ਆ ਜੀ ਫਿਰ ਆਪਾਂ ਹਿਸਾਬ ਕਿਤਾਬ ਕਰ ਲਈਏ। ਕਈ ਮਹੀਨੇ ਹੋ ਗਏ ਹਿਸਾਬ ਹੀ ਨਹੀਂ ਕੀਤਾ ਆਪਣਾ ਸੇਠ ਰਾਜੇ ਨਾਲ। ਆ ਮੈਂ ਬਈਆਂ ਵੀ ਚੱਕ ਲਿਆਇਆ ਤੇ ਚੱਲ ਕੇ ਹਿਸਾਬ ਕਰ ਲਈਏ। ਭਾਈਆ ਜੈ ਰਾਮ ਨੂੰ ਸੌਖਾ ਜਿਹਾ ਹੋ ਗਿਆ ਕਹਿਣਾ। ਸ਼ੁਕਰ ਹੈ ਨਾਨਕ ਜੀ ਨੇ ਆਪ ਹੀ ਕਹਿਤਾ, ਕੋ ਸਤਨਾਮ ਸ੍ਰੀ। ਮੈਨੂੰ ਤਾਂ ਬੜਾ ਔਖਾ ਲੱਗਦਾ ਸੀ ਇਹ ਗੱਲ ਕਹਿਣੀ। ਤੇ ਚੱਕ ਕੇ ਕਿਤਾਬਾਂ ਦੇ ਦੌਲਤ ਖਾਨ ਕੋਲੇ ਵਾਗੇ ਤੇ ਦੌਲਤ ਖਾਨ ਨੂੰ ਕਹਿੰਦੇ ਰਾਜਾ ਸਾਹਿਬ ਇਹ ਤੁਹਾਡਾ ਮੋਦੀ ਹਿਸਾਬ ਕਰਨਾ ਚਾਹੁੰਦਾ, ਵੀ ਲੈਣ ਦੇਣ ਵੇਖ ਲਓ ਮਾੜਾ ਜਿਹਾ, ਕਈ ਮਹੀਨੇ ਹੋ ਗਏ। ਕਹਿੰਦੇ ਚੰਗੀ ਗੱਲ ਹੈ ਕਰ ਲਓ। ਉਹਨਾਂ ਦੇ ਨਾਲ ਬਿਠਾ ਦਿੱਤੇ ਗੁਰੂ ਪਿਆਰਿਓ ਮੁਨੀਮ ਪੜ੍ਹੇ ਲਿਖੇ। ਕਹਿੰਦੇ ਵੀ ਦੇਖੋ ਬਹੀ ਚ ਕੀ ਦਿੱਤਾ ਕੀ ਲਿਆ। ਉਹ ਸਾਰਾ ਹਿਸਾਬ ਕਿਤਾਬ ਕੀਤਾ ਤੇ ਜਦ ਹਿਸਾਬ ਕਿਤਾਬ ਕੀਤਾ ਤੇ ਵਾਧਾ ਨਿਕਲਿਆ ਬਈ ਮੋਦੀ ਖਾਨੇ ਤੇ ਸਾਰਾ ਹਿਸਾਬ ਬਰਾਬਰ ਕਰਕੇ 100 ਤੇ ਕੁਛ ਰੁਪਈਏ ਮੋਦੀ ਨੂੰ ਨਾਨਕ ਜੀ ਨੂੰ ਦੌਲਤ ਖਾਨ ਨੇ ਦੇਣੇ ਆ। ਗੁਰੂ ਨਾਨਕ ਦੇ ਵੱਧ ਗਏ। ਔਰ ਜਦੋਂ ਗੁਰੂ ਨਾਨਕ ਦੇਵ ਜੀ ਦੇ ਵੱਧ ਗਏ ਪੈਸੇ ਤੇ ਘਰੇ ਆ ਗਏ ਤੇ ਰੱਖ ਕੇ ਮੰਜੇ ਤੇ ਚਾਬੀਆਂ। ਕਹਿੰਦੇ ਭੈਣੇ ਆਹ ਚੱਕੋ ਚਾਬੀਆਂ, ਆਪਾਂ ਤੋਂ ਇਹ ਕੰਮ ਨਹੀਂ ਹੁੰਦਾ ਜਿਹੜੇ ਚੋਂ ਘਾਟਾ ਪੈਂਦਾ ਹੋਵੇ। ਕੋ ਸਤਨਾਮ ਸ੍ਰੀ। ਆਪਾਂ ਚੱਲੇ ਆ ਤੇ ਜੋੜੇ ਪਾ ਕੇ ਖੜੇ ਹੋ ਗਏ। ਆਹ ਚੱਕੋ ਚਾਬੀਆਂ ਮੋਦੀ ਖਾਨੇ ਦੀਆਂ, ਉਹਨੂੰ ਫੜਾ ਦਿਓ, ਹਿਸਾਬ ਪੂਰਾ ਕਰਤਾ ਮੈਂ। ਹੁਣ ਮੈਂ ਚੱਲਿਆ, ਮੈਂ ਨਹੀਂ ਇਹ ਕੰਮ ਕਰਨਾ ਜਿਹੜੇ ਚੋਂ ਘਾਟਾ ਪੈਂਦਾ। ਹੁਣ ਬੇਬੇ ਨਾਨਕੀ ਤੇ ਭਾਈਆ ਜੈ ਰਾਮ ਦਾ ਦਿਲ ਪੁੱਛਿਆ ਲੋੜੀ ਦਾ। ਮਿੰਨਤਾਂ ਕਰ, ਨਹੀਂ ਨਾਨਕ ਜੀ ਵੀਰੇ ਐ ਨਾ ਕਰੋ, ਤੁਸੀਂ ਐ ਨਾ ਜਾਓ, ਤੁਸੀਂ ਚਲਾਓ ਮੋਦੀ ਖਾਨਾ। ਭਾਈਆ ਜੀ ਜਿਹੜੇ ਕੰਮ ਚੋਂ ਘਾਟਾ ਪੈਂਦਾ ਬੰਦਾ ਉਹ ਘਾਟਾ ਕਰੇ ਕਿਉਂ, ਕੰਮ ਕਰੇ ਕਿਉਂ, ਮੈਂ ਨਹੀਂ ਇਹ ਕੰਮ ਕਰਨਾ। ਕਹਿੰਦੇ ਨਹੀਂ। ਅਖੀਰ ਬੇਬੇ ਨਾਨਕੀ ਕਹਿੰਦੀ ਵੀਰਾ ਤੂੰ ਜਿਵੇਂ ਮਰਜ਼ੀ ਕਰ, ਜੇ ਘਾਟਾ ਪਊਗਾ ਤਾਂ ਮੈਂ ਭਰੂੰਗੀ। ਪਰ ਧੰਨ ਗੁਰੂ ਨਾਨਕ ਦੇਵ ਜੀ ਨੂੰ ਕਿਵੇਂ ਘਾਟਾ ਪੈ ਸਕਦਾ ਸੀ। ਸਤਿਗੁਰ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਕਹਿੰਦੇ ਜੇ ਕਿਤੇ ਆਹ ਕੰਮ ਕਰੀਏ ਨਾਮ ਪਦਾਰਥ ਪਾਇਆ ਲਾਭ ਸਦਾ ਮਨ ਹੋਏ, ਫਿਰ ਫਾਇਦਾ ਹੀ ਫਾਇਦਾ। ਜਿਨ੍ਹਾਂ ਨੇ ਨਾਮ ਦੀ ਦਾਤ ਨੂੰ ਪ੍ਰਾਪਤ ਕਰਕੇ ਨਾਮ ਜਪਿਆ ਉਹਨਾਂ ਨੂੰ ਸਦਾ ਹੀ ਲਾਭ ਹੋਇਆ। ਕਰਮ ਮਿਲੇ ਤਾਂ ਪਾਈਐ ਆਪ ਨ ਲਿਆ ਜਾਏ। ਪਰ ਇਹ ਸੌਦਾ ਸਾਰੇ ਥੋੜਾ ਕਰਦੇ ਆ, ਇਹ ਤਾਂ ਵੱਡੇ ਭਾਗਾਂ ਵਾਲੇ ਕੋਈ ਕਰਦੇ ਆ। ਸਾਰੇ ਇਹ ਸੌਦਾ ਨਹੀਂ ਕਰਦੇ, ਕਿਸੇ ਕਿਸੇ ਨੂੰ ਇਹ ਸੌਦਾ ਮਿਲਦਾ। ਗੁਰੂ ਨਾਨਕ ਨੇ ਸੌਦਾ ਕੀਤਾ, ਇਹ ਸੱਚਾ ਸੌਦਾ ਸੱਚ ਦਾ। ਕੇਵਲ ਲੰਗਰ ਛਕਾਉਣਾ ਹੀ ਸੌਦਾ ਨਹੀਂ, ਨਾਮ ਦਾ ਵਪਾਰ ਵੀ ਕੀਤਾ, ਦੁਨੀਆ ਦੇ ਵਿੱਚ ਨਾਮ ਵੀ ਵੰਡਿਆ। ਕਹਿਣ ਲੱਗੇ ਵੱਡੇ ਭਾਗਾਂ ਵਾਲਿਆਂ ਨੂੰ ਇਹ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਕਿੱਥੋਂ ਹੁੰਦੀ ਹੈ? ਗੁਰ ਕੀ ਚਰਨੀ ਲਗ ਰਹੋ ਵਿੱਚੋਂ ਆਪ ਗਵਾਏ। ਆਓ ਗੁਰੂ ਕੋਲ ਚੱਲੀਏ, ਗੁਰੂ ਦੇ ਚਰਨਾਂ ਨਾਲ ਜੁੜੀਏ, ਆਪਣਾ ਹੰਕਾਰ ਛੱਡ ਕੇ ਉਹਨਾਂ ਨੂੰ ਪੁੱਛੀਏ, ਉੱਥੋਂ ਤੁਹਾਨੂੰ ਇਹ ਸੌਦਾ ਮਿਲ ਸਕਦਾ। ਸੱਚੇ ਸੇਤੀ ਰਤਿਆ ਸੱਚੋ ਪੱਲੇ ਪਾਏ। ਜਦੋਂ ਤੁਹਾਡੇ ਤੇ ਸੱਚ ਦਾ ਰੰਗ ਚੜ ਗਿਆ, ਅਖੀਰ ਤੁਹਾਨੂੰ ਆਦ ਸੱਚ ਜੁਗਾਦ ਸੱਚ ਭਾਵ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਣੀ ਆ।
ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਫਿਰ ਪਾਤਸ਼ਾਹ ਇੱਥੇ ਥੋੜਾ ਪਿਆਰ ਨਾਲ ਵੀ ਕਹਿੰਦੇ ਆ, ਕੋਈ ਨਹੀਂ ਪੁੱਤ, ਇਹ ਦੁਨੀਆ ਭੁੱਲਣਹਾਰ ਹੈ। ਭੁੱਲ ਗਿਆ ਫਿਰ ਕੀ ਹੋ ਗਿਆ, ਆ ਜਾ, ਹੁਣ ਤਾਂ ਯਾਦ ਆ ਗਿਆ ਨਾ, ਜਦੋਂ ਸਮਝ ਆ ਗਈ ਉਹਦੀ ਤੁਰ ਪੋ। ਧੰਨ ਗੁਰੂ ਗੋਬਿੰਦ ਸਿੰਘ ਜੀ ਤਾਂ ਕਹਿੰਦੇ ਜੇ ਆਖਰੀ ਸਾਹਾਂ ਵੇਲੇ ਵੀ ਮੈਨੂੰ ਯਾਦ ਕਰ ਲਵੇਂ, ਮੈਂ ਤੈਨੂੰ ਉਦੋਂ ਵੀ ਸੰਭਾਲ ਲਾਂ। ਜੇ ਤੂੰ ਆਖਰੀ ਸਵਾਸਾਂ ਵੇਲੇ ਵੀ ਕਹਿ ਦੇਵੇਂ ਨਾ ਵਾਹਿਗੁਰੂ, ਮਰਦਾ ਮਰਦਾ ਵੀ ਜੇ ਤੂੰ ਕਹਿ ਦੇਵੇਂ ਵਾਹਿਗੁਰੂ, ਮੈਂ ਤੈਨੂੰ ਜਮਾਂ ਕੋਲ ਨਹੀਂ ਜਾਣ ਦੇਵਾਂਗਾ। ਏਕ ਚੀਤ ਜੇ ਇੱਕ ਛਿਣ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਅੰਤ ਕਾਲ ਨਾ ਰਹਿਣ ਸਿਮਰਿਓ, ਉੱਚੋ ਅਮਰ ਅਟਾਰੇ। ਉਹ ਰੂਹ ਜਿਹਨੇ ਮਰਦੇ ਮਰਦੇ ਕਿਹਾ ਨਰੈਣ ਬਚਾਓ ਨਰੈਣ ਬਚਾਓ, ਉਹ ਅਜਾਮਲ ਦੀ ਰੂਹ ਜਿਹੜੀ ਸੀ ਉਹ ਗੁਰੂ ਪਿਆਰਿਓ ਸੱਚਖੰਡ ਚਲੀ ਗਈ। ਉਹ ਜਿਹੜਾ ਅਮਰ ਦੇਸ਼ ਹੈ ਉੱਥੋਂ ਦਾ ਵਾਸੀ ਹੋ ਗਿਆ, ਸੱਚਖੰਡ ਦਾ। ਪ੍ਰੀਤਮ ਜੀ ਕਹਿੰਦੇ ਸੱਚੇ ਸੇਤੀ ਰਤਿਆ ਸੱਚੋ ਪੱਲੇ ਪਾਏ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਗੁਰੂ ਸਭ ਜਾਣਦਾ ਹੈ, ਆਪਾਂ ਭੁੱਲਣਹਾਰ ਹਾਂ। ਪਰ ਜਦੋਂ ਅਕਲ ਆ ਜੇ ਉਹਦੇ ਘਰੇ ਮੁੜਿਆ, ਕੋ ਸਤਨਾਮ ਉਹਦੇ ਗੁਰੂ ਵਾਲੇ ਬਣ ਜਾਓ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਗੁਰਮਤਿ ਮਨ ਸਮਝਾਇਆ ਲਾਗੈ ਤਿਸੈ ਪਿਆਰ। ਜਿਨ੍ਹਾਂ ਨੇ ਸਿਆਣੇ ਬਣ ਕੇ ਗੁਰਮਤਿ ਵਿੱਚ ਆ ਕੇ ਆਪਣੇ ਮਨ ਨੂੰ ਮੋੜ ਲਿਆ, ਕਿਉਂਕਿ ਮਨ ਹੀ ਵਿਗੜਿਆ ਹੋਇਆ ਹੈ। ਮਨ ਹੀ ਰਾਜਾ ਹੈ, ਮਨ ਹੀ ਰਾਜਕੁਮਾਰ ਹੈ, ਮਨ ਸੁਲਤਾਨ ਹੈ, ਰਾਜੇ ਦਾ ਪੁੱਤਰ ਹੈ। ਮਨ ਰਾਜਾ ਮਨ ਮੰਗਤਾ, ਮਨ ਸਾਧੂ ਮਨ ਚੋਰ। ਮਨ ਕੇ ਮਤੇ ਨਾ ਚਾਲੀਏ, ਮਨ ਪਲਕ ਪਲਕ ਵਿੱਚ ਹੋਰ। ਮਨ ਮਤ ਵਿੱਚ ਨਾ ਚੱਲੋ, ਗੁਰਮਤਿ ਅਨੁਸਾਰ ਚੱਲੋ। ਸ਼ਬਦ ਆਰੰਭ ਕੀਤਾ ਸੀ ਕੱਲ ਬਾਬਾ ਜੀ ਨੇ, ਮਨ ਮੁਖ ਭੁੱਲੇ ਭੁਲਾਈਐ, ਭੁੱਲੀ ਠੌਰ ਨਾ ਕਾਏ। ਜਦੋਂ ਇਹ ਸਾਡੀ ਸੁਰਤ ਮਨ ਮਤ ਦੇ ਮਗਰ ਲੱਗਦੀ ਹੈ, ਫਿਰ ਇਹ ਭੁੱਲ ਜਾਂਦੀ ਹੈ, ਫਿਰ ਰਸਤਾ ਖੁੰਝ ਜਾਂਦੀ ਹੈ, ਤੇ ਫਿਰ ਕਿਤੇ ਟਿਕਾਣਾ ਨਹੀਂ ਮਿਲਦਾ। ਜਦ ਫਿਰ ਇਹਨੂੰ ਇਹ ਗੁਰੂ ਮਿਲਦਾ ਹੈ ਜਾਣਿਆ ਪਛਾਣਿਆ, ਜਿਹੜਾ ਕਿ ਦੋਨਾਂ ਦੇਸ਼ਾਂ ਨੂੰ ਜਾਣਦਾ, ਫਿਰ ਉਹ ਦੱਸ ਦਿੰਦਾ ਹੈ ਗੁਰ ਬਿਨ ਕੋ ਨਾ ਦਿਖਾਵੀ, ਅੰਧੀ ਆਵੇ ਜਾਏ। ਜਿੰਨਾ ਚਿਰ ਗੁਰੂ ਨੂੰ ਪੁੱਛਦਾ ਨਹੀਂ ਜੀਵ, ਉਹਨਾਂ ਚਿਰ ਭਟਕਦਾ ਰਹਿੰਦਾ। ਤੇ ਜਿੱਦੇ ਇਹ ਜੀਵ ਆਤਮਾ ਗੁਰੂ ਨੂੰ ਮਿਲ ਪੈਂਦੀ ਆ, ਇਸ ਅੰਨੀ ਨੂੰ ਗੁਰੂ ਸਿੱਧੇ ਰਸਤੇ ਪਾ ਦਿੰਦਾ। ਗਿਆਨ ਪਦਾਰਥ ਖੋਇਆ ਠੱਗਿਆ ਮੁੱਠਾ ਜਾਏ। ਇਸ ਮਨ ਨੇ ਜਿਹੜਾ ਚਾਰ ਪਦਾਰਥ ਲੈ ਜਗ ਆਇਆ, ਸ਼ਿਵ ਸ਼ਕਤੀ ਘਰ ਵਾਸਾ ਪਾਇਆ, ਇਸ ਮਨ ਨੇ ਉਹ ਗਿਆਨ ਰੂਪੀ ਪਦਾਰਥ ਵੀ ਗਵਾ ਦਿੱਤਾ। ਏਕ ਵਿਸਾਰੇ ਤਾਂ ਪਿੜਹਾਰੇ, ਅੰਧਲੇ ਨਾਮ ਵਿਸਾਰਾ ਹੈ। ਮੂਰਖ ਨੇ ਨਾਮ ਹੀ ਛੱਡ ਦਿੱਤਾ, ਹੁਣ ਕਿੱਥੇ ਬਚੇ। ਪ੍ਰੀਤਮ ਜੀ ਕਹਿੰਦੇ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਗੁਰਮਤਿ ਮਨ ਸਮਝਾਇਆ ਲਾਗਾ ਤਿਸੈ ਪਿਆਰ। ਜਿਨ੍ਹਾਂ ਨੇ ਗੁਰਮਤਿ ਅਨੁਸਾਰ ਚੱਲ ਕੇ ਆਪਣੇ ਮਨ ਨੂੰ ਸਮਝਾ ਲਿਆ, ਮਾਲਕ ਨਾਲ ਜੋੜ ਲਿਆ, ਗੁਰੂ ਨਾਲ ਪਿਆਰ ਪਾ ਲਿਆ। ਨਾਨਕ ਸਾਚ ਨ ਵਿਸਰੈ, ਮੇਲੇ ਸਬਦੇ ਅਪਾਰ। ਉਹਨਾਂ ਦਾ ਕਦੇ ਵੀ ਸੱਚ ਤੋਂ ਵਿਛੋੜਾ ਨਹੀਂ ਪੈਂਦਾ, ਪਰਮੇਸ਼ਰ ਨਾਲ ਜੁੜ ਜਾਂਦੇ ਹਨ। ਉਹਨਾਂ ਨੂੰ ਗੁਰੂ ਜਿਹੜਾ ਸ਼ਬਦ ਦੇ ਕੇ ਪਰਮੇਸ਼ਰ ਦਾ ਰਸਤਾ ਦੱਸ ਦਿੰਦਾ ਹੈ, ਤੇ ਫਿਰ ਉਹ ਸ਼ਬਦ ਦਾ ਪੱਲਾ ਫੜ ਕੇ ਪਰਮੇਸ਼ਰ ਦੇ ਘਰ ਚਲੇ ਜਾਂਦੇ ਨੇ। ਇਹ ਸੀ ਪਵਿੱਤਰ ਸ਼ਬਦ ਦੀ ਵਿਚਾਰ। ਅਗਲਾ ਸ਼ਬਦ ਵੀ ਇਸੇ ਲੜੀ ਨਾਲ ਜੁੜਦਾ ਹੈ। ਇਹ ਮਨ ਭੁੱਲਿਆ ਕਿਉਂ? ਤ੍ਰਿਸ਼ਨਾ ਮਾਇਆ ਮੋਹਣੀ ਸੁਤ ਬੰਧਪ ਘਰ ਨਾਰ, ਇਹਨਾਂ ਚੀਜ਼ਾਂ ਨੂੰ ਲੈ ਕੇ ਬੰਦਾ ਭੁੱਲ ਗਿਆ। ਆਸ਼ਾ ਤ੍ਰਿਸ਼ਨਾ ਮਾਇਆ, ਧੀਆਂ ਪੁੱਤਰ, ਰਿਸ਼ਤੇਦਾਰ, ਸਾਖ ਸੰਬੰਧੀ, ਘਰ ਘਰਵਾਲੀ ਘਰਵਾਲਾ, ਧਨ ਜੋਬਨ, ਜੱਗ ਠੱਗਿਆ। ਇਹ ਮਨੁੱਖ ਦੇ ਨਾਲ ਇਹਨਾਂ ਚੀਜ਼ਾਂ ਨੇ ਠੱਗੀ ਮਾਰ ਲਈ। ਲੱਭ ਲੋਭ ਅਹੰਕਾਰ ਮੋਹ ਠਗੌਲੀ ਹੋ ਮੋਈ, ਸਾ ਵਰਤੈ ਸੰਸਾਰ। ਸਾਰੀ ਦੁਨੀਆ ਦੇ ਵਿੱਚ ਇਹਨਾਂ ਪੰਜਾਂ ਵਿਕਾਰਾਂ ਦੇ ਇੱਕ ਕਾਲ ਹੈ। ਕਾਲ ਦੇ ਅੱਗੇ ਪੰਜ ਪੈਰੋਕਾਰ ਹੈ। ਪੰਜਾਂ ਪੈਰੋਕਾਰਾਂ ਨੇ ਅੱਗੇ ਬੜਾ ਵੱਡਾ ਜਾਲ ਪਾਇਆ ਦੁਨੀਆ ਦੇ ਉੱਤੇ। ਗੁਰੂ ਨੇ ਕਿਰਪਾ ਕਰਕੇ ਇਸ ਤੋਂ ਬਚਾਉਣਾ ਹੈ। ਇਹ ਸ਼ਬਦ ਦੇ ਵਿਚਾਰ ਆਪਾਂ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ।
ਬੋਲਦਿਆਂ ਅਨੇਕਾਂ ਅੱਖਰ ਵੱਧ ਘਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਮਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।